ਸਾਡੇ ਜਿਹੜੇ ਪ੍ਰਦੇਸ਼ ਦੀ ਬਦਨਾਮੀ ਹੋ ਰਹੀ ਹੈ, ਪੰਜਾਬੀਆਂ ਦੀ ਹੋ ਰਹੀ ਹੈ, ਪੰਜਾਬੀਅਤ ਦੀ ਹੋ ਰਹੀ ਹੈ ਤੇ ਜਨਤਾ ਕਿਉਂ ਨਹੀਂ ਖੜੀ ਹੁੰਦੀ ਹੈਗੀ ਇਸ ਤਰ੍ਹਾਂ ਦੇ ਡਰੱਗ ਸਮਗਲਰਸ ਦੇ ਖਿਲਾਫ। ਜਦੋਂ ਮੇਰੇ ਤੇ ਗੋਲੀ ਚੱਲਦੀ ਹੈਗੀ ਹੈ, ਇਹ ਘਰ ਦੇ ਉੱਤੇ ਇਸੇ ਘਰ ਦੇ ਉੱਤੇ ਹਮਲਾ ਹੋਣ ਦੀ ਕੋਸ਼ਿਸ਼ ਹੁੰਦੀ ਹੈਗੀ ਤਾਂ ਮੈਂ ਕਹਿੰਦਾ ਯਾਰ ਕੀ ਪੰਗਾ ਹੋ ਗਿਆ, ਬਾਅਦ 'ਚ ਫਿਰ ਮੈਂ ਨਿਕਲ ਆਉਣਾ ਹੈਗਾ। ਔਰ ਸਾਡੀ ਚੰਡੀਗੜ੍ਹ ਪੁਲਿਸ ਕਹਿੰਦੀ ਹੈਗੀ ਸ਼ਸ਼ੀ ਗਾਂਧੀ ਸਿਕਿਉਰਿਟੀ ਵਿਡਰਾ ਕਰ ਲਿਓ। ਦੁਨੀਆ ਦੀ ਜਿੰਨੀ ਵੀ ਵੱਡੀ ਏਜੰਸੀਜ਼ ਹੈਗੀਆਂ ਨੇ, ਇੰਟੈਲੀਜੈਂਸ ਏਜੰਸੀਜ਼, ਉਹ ਸਾਰੀ ਡਰੱਗ ਸਮਗਲਿੰਗ ਦੇ ਵਿਚਕਾਰ ਹੈਗੀਆਂ ਨੇ। ਉਸ ਸਮੇਂ ਦੇ ਦੌਰਾਨ ਤੋਂ ਹੁਣ ਤੱਕ ਦੇ ਸ਼ਸ਼ੀਕਾਂਤ ਨੂੰ ਕਿਸੇ ਨੇ ਪੁੱਛਿਆ ਸੀਰੀਅਸਲੀ ਵੀ ਜੇਕਰ ਚਲੋ ਰਿਪੋਰਟ ਤਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਬਣੀ ਸੀ ਵੀ ਉਦੋਂ ਬਾਅਦ ਜੇ ਮੈਂ ਕੁਝ ਕਰਨਾ ਚਾਹੁੰਦਾ ਤਾਂ ਕੀ ਕਰ ਸਕਦਾ? ਓਏ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ, ਸੱਜੇ ਖੱਬੇ ਤੁਰੇ ਰਹਿੰਦੇ ਹੋ, ਇਹ ਹੁੰਦਾ ਹੈਗਾ। ਇਹੋ ਜਿਹੇ ਕੰਮ ਕਰਨ ਵਾਲੇ ਅਫਸਰਾਂ ਨੂੰ ਕਦੇ ਸ਼ਾਬਾਸ਼ਾਂ ਮਿਲਦੀਆਂ ਨਹੀਂ? ਵਾਹ ਜੀ ਵਾਹ, ਉਹਨਾਂ ਨੂੰ ਚੰਗੀ ਚੰਗੀ ਪੋਸਟਾਂ ਮਿਲਦੀਆਂ ਨੇ। ਕਰਦੇ ਕਿਉਂ ਹੈਗੇ ਨੇ? ਜੇ ਕਿਸੇ ਬੰਦਾ ਕੋਈ ਹੈਗਾ ਜਾ ਕੇ ਪੋਲੀਟੀਸ਼ੀਅਨ ਦੇ ਮੂਹਰੇ ਜਾ ਕੇ ਚੰਗੀ ਪੋਸਟ 'ਤੇ ਕਹਿੰਦਾ ਹੈਗਾ ਹੈ, ਚਾਹੇ ਉਹਨੂੰ ਇਲੈਕਸ਼ਨ ਦੇ ਵਿੱਚ ਫੰਡ ਦਿੰਦਾ ਹੋਏ, ਇਹ ਹੁੰਦਾ ਸਰ ਜੀ ਤੁਸੀਂ ਉੱਥੇ ਲਾ ਦਿਓ, ਤੁਹਾਡਾ ਕੰਮ ਮੈਂ ਕਰਦਾ ਰਹਾਂਗਾ, ਜਿਹੜੇ ਵੀ ਸਹੀ ਗਲਤ ਹੈਗਾ ਕਰਦਾ ਰਹਾਂਗਾ। ਤਾੜੀਆਂ ਮਾਰੋ ਤਾੜੀਆਂ। ਕਦੇ ਜਦੋਂ ਇਲੈਕਸ਼ਨ ਚੱਲ ਰਿਹਾ ਹੈਗਾ ਜਾਂ ਉਹਦੇ ਬਾਅਦ ਕਹਿੰਦੇ ਨੇ ਅਸੀਂ ਜੇ 10 ਲੱਖ ਖਰਚ ਕੀਤਾ ਇਲੈਕਸ਼ਨ 'ਚ, 15 ਲੱਖ ਖਰਚ ਕੀਤਾ, 20 ਕੀਤਾ, ਜਿੰਨਾ ਵੀ ਕੀਤਾ। ਸਵਾਲ ਇਹ ਆਉਂਦਾ ਹੈਗਾ ਕਿ ਕਿਸੇ ਨੇ ਆਪਣੀ ਪੈੜੀ ਵੇਚੀ ਸੀ? ਕੀ ਕਿਸੇ ਨੇ ਆਪਣੀ ਜਾਇਦਾਦ ਗਿਰਵੀ ਰੱਖੀ ਸੀ? ਕੀ ਕਿਸੇ ਨੇ ਆਪਣੀ ਵੋਟੀ ਦੀ ਜਿਹੜੇ ਹੈਗੇ ਨੇ ਜੁਐਲਰੀ ਹੈਗੀ ਉਹਨੂੰ ਗਹਿਣ ਰੱਖਿਆ ਸੀ? ਪੈਸਾ ਕਿੱਥੋਂ ਆਇਆ? ਪੈਸਾ ਕਿੱਥੋਂ ਆਇਆ? ਪਹਿਲੀ ਵਾਰੀ ਜਦੋਂ ਡਰੱਗ ਫੜੀ ਗਈ ਹੈਗੀ ਹੈ, ਮੈਨੂੰ ਧਿਆਨ ਆਉਂਦਾ ਹੈਗਾ ਕਿ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਚੀਜ਼ ਹੈ ਕੀ, ਚਿੱਟਾ ਪਾਊਡਰ ਹੈ ਕੀ। ਉਹਦੇ ਬਾਅਦ ਜੋ ਕੈਮੀਕਲ ਹੋਇਆ, ਫੋਰੈਂਸਿਕ ਲੈਬ ਵਗੈਰਾ ਉਹਨਾਂ ਨੇ ਦੱਸਿਆ ਕਿ ਭਾਈ ਇਟਸ ਬੇਸਿਕਲੀ ਹੈਰੋਇਨ, ਜਿਹੜੀ ਕਿ ਗ੍ਰੇਡ 3 ਜਿਹੜੀ ਅਫੀਮ ਹੈਗੀ ਹੈ ਉਦੋਂ ਤੋਂ ਪਿਓਰੀਫਿਕੇਸ਼ਨ ਕਰਦੇ ਹੋਏ 3rd ਸਟੈਪ ਦੀ ਜਿਹੜੀ ਚੀਜ਼ ਆਉਂਦੀ ਹੈਗੀ ਹੈ ਹੈਰੋਇਨ ਗ੍ਰੇਡ 3, ਜਿਹੜੀ ਕਿ ਸਾਰਿਆਂ ਤੋਂ ਚੰਗੀ ਅੱਜ ਦੀ ਤਰੀਕ ਤੱਕ ਮਾਨੀ ਜਾਂਦੀ ਹੈਗੀ ਹੈ। ਪਾਕਿਸਤਾਨ ਵੱਲੋਂ ਇਹ ਹੋਇਆ ਕਿ ਜਦੋਂ ਇੱਥੇ ਹਥਿਆਰ ਅਸਲਾ ਆ ਰਿਹਾ ਹੈਗਾ ਉਹਦੇ ਨਾਲ ਇਹ ਭੇਜ ਦਿਓ। ਤੁਸੀਂ ਪੰਜਾਬੀ ਹੈਗੇ ਹੋ, ਬੱਚੇ ਹੈਗੇ ਹੋ, ਸ਼ਾਇਦ ਤੁਹਾਨੂੰ ਪਤਾ ਨਾ ਹੋਏ, ਪਰ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਜਿਹੜਾ ਹੈਗਾ ਹੈ ਤੇ ਬੰਬੇ ਦਾ ਵੈਸਟ ਕੋਸਟ ਜਿਹੜਾ ਹੈਗਾ ਗੋਲਡ ਸਮਗਲਿੰਗ ਦਾ ਸਾਰਿਆਂ ਤੋਂ ਵੱਡਾ ਅੱਡਾ ਹੁੰਦਾ ਸੀ। ਸਤਿ ਸ਼੍ਰੀ ਅਕਾਲ। ਪੰਜਾਬ 'ਚ ਨਸ਼ੇ ਦੀ ਗੱਲ ਜੇ ਕਹੀਏ ਕਿ ਹੁਣ ਬਹੁਤੇ ਪੁਰਾਣੀ ਲੱਗਦੀ ਹੈ, ਕਿਉਂਕਿ ਨਸ਼ੇ ਨੂੰ ਲੈ ਕੇ ਚਰਚਾਵਾਂ ਗੰਭੀਰਤਾਵਾਂ ਬਹੁਤ ਹੋ ਗਈਆਂ, ਪਰ ਉਹਦੇ ਤੇ ਐਕਸ਼ਨ ਜਿਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਸੀ ਜਿਹੜੇ ਤਾਂ ਲੋਕ, ਉਹ ਜਿਨ੍ਹਾਂ ਨੇ ਉਦਮ ਚੱਕਿਆ ਤੇ ਦੂਜੇ ਪਾਸੇ ਉਹ ਜਿਨ੍ਹਾਂ ਨੇ ਇਸ ਨੂੰ ਲੈ ਕੇ ਕੰਮ ਵੀ ਕੀਤਾ, ਪਰ ਆਖਰਕਾਰ ਲੱਗਦਾ ਕਿ ਉਹ ਚੀਜ਼ਾਂ ਨੂੰ ਲੈ ਕੇ ਛੋਟੀ-ਛੋਟੀਆਂ ਰਿਕਵਰੀਆਂ ਜਾਂ ਬੰਦੇ ਤਾਂ ਫੜੇ ਜਾਂਦੇ ਨੇ, ਪਰ ਆਖਰਕਾਰ ਖਤਮ ਹੋਣ ਕਿਨਾਰੇ ਕਿਸੇ ਪਾਸੇ ਕਹਾਣੀ ਤੁਰਦੀ ਨਹੀਂ ਲੱਗਦੀ। ਲੋਕ ਸਭਾ ਦੇ ਵਿੱਚ ਵੀ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਐਮਪੀਆਂ ਨੇ ਗੱਲ ਚੱਕੀ ਤਾਂ ਉਦੋਂ ਬਾਅਦ ਅਮਿਤ ਸ਼ਾਹ ਨੇ ਹਾਲਾਂਕਿ ਉਹਦਾ ਜਵਾਬ ਤਾਂ ਦਿੱਤਾ, ਪਰ ਆਖਰ ਅੱਗੇ ਕਦੇ ਇਹ ਖਤਮ ਹੋਊਗਾ ਵੀ, ਇਹ ਚੀਜ਼ ਦਾ ਸਵਾਲ ਹਜੇ ਵੀ ਹੈ। ਇੱਕ ਰਿਪੋਰਟ ਦਾ ਜ਼ਿਕਰ ਹੁੰਦਾ ਲਗਾਤਾਰ, ਬੜੇ ਲੰਬੇ ਸਮੇਂ ਤੋਂ ਹੁੰਦਾ ਆਇਆ। ਉਸ ਰਿਪੋਰਟ ਨੂੰ ਲੈ ਕੇ ਅਲੱਗ-ਅਲੱਗ ਚਿੰਤਕ ਨੇ ਜਿਹੜੇ ਉਹ ਵੀ ਲਗਾਤਾਰ ਲੱਗੇ ਹੋਏ ਨੇ। ਸਾਡੇ ਨਾਲ ਸਾਬਕਾ ਡੀਜੀ ਹੈਗੇ ਨੇ ਕਿ ਸ਼ਸ਼ੀਕਾਂਤ, ਉਹਨਾਂ ਨੇ ਇਹ ਰਿਪੋਰਟ ਤਿਆਰ ਕਰੀ ਸੀ। ਸ਼ਸ਼ੀਕਾਂਤ ਜੀ, ਦੇਖਿਆ ਜਾਵੇ ਇਸ ਰਿਪੋਰਟ ਨੂੰ ਲੈ ਕੇ ਚਰਚਾ ਹਰ ਕੋਈ ਕਰਦਾ। ਇਸ ਰਿਪੋਰਟ ਦਾ ਜੇ ਕਹੀਏ ਸਿਆਸੀ ਤੌਰ ਤੇ ਵੀ ਬਹੁਤ ਲਾਹਾ ਲੋਕਾਂ ਨੇ ਲਿਆ। ਉਹਦੇ ਤੇ ਕੰਮ ਜਾਂ ਉਹ ਖਤਮ ਕਿਵੇਂ ਹੋਊਗਾ ਨਸ਼ਾ, ਇਸ ਚੀਜ਼ ਕਰਨੀ ਕੋਈ ਕਦਮ ਪੁੱਟਦਾ ਤੁਹਾਨੂੰ ਲੱਗਿਆ ਵੀ ਕਿਸੇ ਨੇ ਉਸ ਰਿਪੋਰਟ ਨੂੰ ਸੀਰੀਅਸਲੀ ਇਸ ਪਾਸੇ ਲਿਆ ਹੋਵੇ? ਵੈਲ, ਸੀਰੀਅਸਲੀ ਗੱਲ ਕਰਾਂਗਾ, ਦੁੱਖ ਦੇ ਨਾਲ ਗੱਲ ਕਰਾਂਗਾ, ਕਿਸੇ ਨੇ ਵੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਹੈਗਾ, ਚਾਹੇ ਉਹ ਕੋਈ ਵੀ ਤਰ੍ਹਾਂ ਹੋਏ। ਰਿਪੋਰਟ ਦਾ ਜ਼ਿਕਰ ਸਾਰਾ ਕਰਦੇ ਹੈਗੇ ਨੇ। ਮੇਰਾ ਸਵਾਲ ਇੱਕ ਇਹ ਖੜਾ ਹੁੰਦਾ ਹੈਗਾ, ਰਿਪੋਰਟ ਦੀ ਗੱਲ ਹੈਗੀ ਉਹ ਵੀ ਹੈਗੀ 2007 ਦੀ। 2007 ਦੇ ਬਾਅਦ ਹੁਣ ਕਿੰਨਾ ਸਮਾਂ ਹੋਰ ਨਿਕਲ ਗਿਆ ਹੈਗਾ, ਉਹਦੇ 'ਚ ਹੋਰ ਬਹੁਤ ਲੋਕੀ ਜੁੜੇ ਹੋਣੇ ਨੇ, ਹੋ ਸਕਦਾ ਹੈ ਕੁਝ ਦੀ ਡੈਥ ਵੀ ਹੋ ਗਈ ਹੋਏ। ਸਰਕਾਰਾਂ ਨੂੰ ਕੌਣ, ਜਿਨ੍ਹਾਂ ਦੇ ਕੋਲ ਪੂਰਾ ਇੱਕ ਅਸਲਾ ਹੈਗਾ, ਇੱਕ ਅਮਲਾ ਹੈਗਾ, ਇੱਕ ਸੈਟਅਪ ਹੈਗਾ, ਇੱਕ ਤੰਤਰ ਹੈਗਾ ਹੈ ਕਿ ਤੁਸੀਂ, ਉਹਨਾਂ ਦਾ ਕੰਮ ਹੈਗਾ ਕਿ ਇੰਟੈਲੀਜੈਂਸ ਕਲੈਕਟ ਕਰੋ, ਚਾਹੇ ਉਹ ਇੰਟਰੋਗੇਸ਼ਨ ਰਿਪੋਰਟ ਦੀ ਬੇਸਿਸ पे ਹੋਏ, ਚਾਹੇ ਤੁਹਾਡਾ ਸਿੰਪਲ ਇੰਟੈਲੀਜੈਂਸ ਰਿਪੋਰਟਸ ਹੈਗੀਆਂ ਨੇ, ਅਪਡੇਟ ਕਰਕੇ ਐਕਸ਼ਨ ਲਿਓ। ਮੈਂ ਇਹੀ ਸਵਾਲ ਜਿਹੜਾ ਤੁਸੀਂ ਕੀਤਾ ਹੈਗਾ, ਇਸੇ ਸਵਾਲ ਨੂੰ ਮੈਂ ਇੱਕ ਹੋਰ ਤਰੀਕੇ ਨਾਲ ਰਿਪੀਟ ਕਰਨਾ ਹੈਗਾ। ਜਿਸ ਤਰ੍ਹਾਂ ਅਸੀਂ ਚਰਚਾ ਕਰ ਰਹੇ ਸੀ ਡਰੱਗ ਦਾ ਕੰਮ ਕਰਦੇ ਹੈਗੇ, ਉਹ ਹਰ ਪੋਲੀਟੀਸ਼ੀਅਨ, ਹਰ ਬੰਦਾ ਜਿਹੜਾ ਹੈਗਾ ਡਰੱਗਸ ਦੇ ਉੱਤੇ ਗੱਲ ਕਰਦਾ ਹੈਗਾ। ਡਰੱਗਸ ਆਉਂਦੀਆਂ ਕਿੱਥੋਂ ਹੈਗੀਆਂ ਨੇ, ਸਾਰੇ ਗੱਲ ਕਰਦੇ ਨੇ। ਅਸੀਂ ਸਿਰਫ ਗੱਲ ਕਰ ਰਹੇ ਹੈਗੇ ਨੇ ਸਿਰਫ ਪੰਜਾਬ ਦੀ, ਜਿੱਥੇ ਕਿ ਪਹਿਲੇ ਬਾਰਡਰ ਤੇ ਆਉਂਦੀਆਂ ਸਨ, ਉਹਦੇ ਬਾਅਦ ਡਰੋਨਸ ਵੀ ਆ ਗਏ ਨੇ। ਹਾਲਾਂਕਿ ਦੂਜੇ ਪਾਸੇ ਗੋਲਡਨ ਟ੍ਰਾਇੰਗਲ ਵੀ ਹੈਗਾ ਹੈ ਬਰਮਾ ਦੇ ਆਲੇ ਦੁਆਲੇ, ਪਰ ਮੇਨ ਜਿਹੜਾ ਹੈਗਾ ਤਸਕਰੀ ਪੰਜਾਬ ਦੇ ਵਿੱਚ ਇਹਦੀ ਹੋ ਰਹੀ ਹੈਗੀ ਹੈ। ਪਿਛਲੇ ਦਿਨਾਂ 'ਚ ਫਿਰ ਮੈਂ ਇੱਕ ਇੰਸਟੈਂਸ ਦੇਣਾ ਹੈ। ਪਿਛਲੇ ਦਿਨਾਂ 'ਚ ਇੱਕ ਪੋਰਟ ਦੇ ਉੱਤੇ, ਇੱਕ ਬੰਦਰਗਾਹ ਦੇ ਉੱਤੇ 3000 ਕਿਲੋ ਮਿਲੀ। ਉਹ ਕਹਿੰਦੇ ਨੇ ਪਹਿਲੇ ਵੀ ਉੱਥੇ ਆਈ ਸੀ, ਬਾਅਦ 'ਚ ਕੱਚ ਦੇ ਨੇੜੇ ਕੋਈ ਬੋਟ ਮਿਲੀ, ਉਹਦੇ ਵਿੱਚ 1000 ਕਿਲੋ ਸੀ।
ਡਰੱਗਸ ਦਾ ਧੰਦਾ ਹੈਗਾ ਹੈ ਬੇਸਿਕਲੀ ਜਿਸ ਤਰੀਕੇ ਦੇ ਨਾਲ ਇੱਕ ਬਿਜ਼ਨਸ ਹੁੰਦਾ ਹੈਗਾ, ਇੱਕ ਹੱਟੀ ਹੁੰਦੀ ਹੈਗੀ ਹੈ। ਹੱਟੀ ਸਮਝੋ ਤੁਸੀਂ। ਹੱਟੀ ਦੇ ਵਿੱਚ ਬੰਦਾ ਜਿਹੜਾ ਹੈਗਾ ਆਪਣਾ ਸਮਾਨ ਜਿਹੜਾ ਵੇਚਦਾ ਹੈਗਾ ਹੈ, ਪਹਿਲੇ ਉਹਨੂੰ ਖਰੀਦਣਾ ਪੈਂਦਾ ਹੈਗਾ ਹੈ। ਜੇ 3000 ਕਿਲੋਗ੍ਰਾਮ ਡਰੱਗ ਹੈਗੀ ਹੈ ਜਾਂ 1000 ਹੈਗੀ ਹੈ, 100 ਕਿਲੋ ਹੈਗੀ, ਜਿੰਨੀ ਵੀ ਹੈਗੀ ਹੈ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਕੀਮਤ ਤੁਸੀਂ ਅੰਦਾਜ਼ਾ ਲਾ ਲਿਓ। ਇੰਨੀ ਕੋਈ ਰਿਸਕ ਨਹੀਂ ਲਏਗਾ ਕਿ ਤੁਸੀਂ ਮੁਫਤ ਵਿੱਚ ਡਰੱਗਸ ਆ ਗਏ ਤੁਹਾਡੇ ਕੋਲ। ਤੇ ਕੋਈ ਛੋਟੀ ਇਨਵੈਸਟਮੈਂਟ ਵੀ ਜੇ ਅਸੀਂ ਕਰਤੀ ਤਾਂ ਆ ਛੋਟੀ ਗਈ ਮਿਲ ਗਿਆ। ਇਨਵੈਸਟਮੈਂਟ ਨਹੀਂ ਹੈਗੀ, ਵੱਡੀ ਇਨਵੈਸਟਮੈਂਟ ਹੈਗੀ ਹੈ ਕਿ ਅੱਜ ਤੱਕ ਕੋਈ ਇਨਵੈਸਟਰ ਫੜਿਆ ਗਿਆ। ਉਹਦੇ ਬਾਅਦ ਇਹਨਾਂ ਦਾ ਸਿਸਟਮ ਹੈਗਾ ਹੈ ਕਿ ਇਨਵੈਸਟਰ ਨੇ ਜਿਹੜਾ ਥੋਕ ਦੇ ਵਿੱਚ ਮਾਲ ਹੈਗਾ ਹੈ, ਜਿਸ ਤਰ੍ਹਾਂ ਕਿ ਹੋਰ ਨੂੰ ਮੈਂ ਕਮਰਸ਼ੀਅਲ ਲੈਂਗੁਏਜ ਜਿਵੇਂ CNF ਹੁੰਦੀ ਹੈਗੀ ਹੈ, ਕਲੀਅਰਿੰਗ ਐਂਡ ਫਾਰਵਰਡਿੰਗ ਏਜੰਟਸ, ਉਹਨਾਂ ਨੇ ਸਮਾਨ ਖਰੀਦ ਕੇ ਆਪਣੇ ਕੋਲ ਮੰਗਾ ਲਿੱਤਾ। ਉਹਦੇ ਬਾਅਦ ਅੱਗੋਂ ਡਿਸਟ੍ਰੀਬਿਊਸ਼ਨ ਸ਼ੁਰੂ ਹੋ ਗਿਆ। ਕਿਸੇ ਨੂੰ ਕੋਈ ਇਲਾਕਾ ਮਿਲਿਆ, ਕਿਸੇ ਨੂੰ ਕੋਈ ਇਲਾਕਾ, ਅੱਗੇ ਵੇਚ ਰਹੇ ਹੈਗੇ ਨੇ। ਕੋਈ ਫੜਿਆ ਗਿਆ ਅੱਜ ਤੱਕ ਨਹੀਂ। ਜਦੋਂ ਵੀ ਕੋਰਟਾਂ ਵੱਲੋਂ ਜਾਂ ਕਿਤੇ ਹੋਰ ਦਬਿਸ਼ ਪੈਂਦੀ ਹੈਗੀ ਹੈ, ਰੌਲਾ ਪੈਂਦਾ ਹੈ, ਤੁਸੀਂ ਐਕਸ਼ਨ ਲਓ। ਕੋਈ ਕਹਿੰਦੇ ਹੈਗੇ ਨੇ, ਸਰਕਾਰ ਕਹਿੰਦੀ ਹੈ ਜੀ ਅਸੀਂ ਪਿਛਲੇ ਮਹੀਨੇ 'ਚ 2500 ਫੜੇ, 25000 ਫੜੇ, 30000 ਫੜੇ, ਇੱਕ ਬੰਦਾ ਫੜਾ ਦੋ। ਫੜੇ ਕੌਣ ਜਾਂਦੇ ਹੈ? ਬੇਸਿਕਲੀ ਫੜੇ ਜਾਂਦੇ ਨੇ ਐਂਡ ਯੂਜ਼ਰਸ, ਜਿਨ੍ਹਾਂ ਨੂੰ ਨਸ਼ੇ ਦੀ ਆਦਤ ਹੈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਕਿ ਦੇ ਆਰ ਸਿੱਖ। ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਹੈ। ਡੀ ਐਡਿਕਟ ਕਰਕੇ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈਗਾ ਕਿ ਸਮਾਜ ਦੇ ਵਿੱਚ ਆ ਕਰਕੇ ਫਿਰ ਆਪਣੀ ਤੌਣ ਨੂੰ ਇਸ ਤਰ੍ਹਾਂ ਉੱਤੇ ਕਰਕੇ ਫਿਰ ਸਮਾਜ ਦੇ ਵਿੱਚ ਚੱਜ ਦੇ ਨਾਲ ਆਪਣਾ ਜੀਵਨ ਜੀ ਸਕਣ। ਕੋਈ ਐਕਸ਼ਨ ਨਹੀਂ ਹੋਇਆ। ਇਹਦੇ ਨਾਲ ਵੀ ਇੱਕ ਹੋਰ ਜ਼ਿਆਦਾ ਦੁੱਖ ਦੀ ਗੱਲ ਜਿਹੜੀ ਮੈਨੂੰ ਹਮੇਸ਼ਾ ਲੱਗਦੀ ਹੈਗੀ ਹੈ, 2013 ਦੇ ਵਿੱਚ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਦੇ ਚੀਫ ਜਸਟਿਸ ਹੁੰਦੇ ਸਨ ਮਿਸਟਰ ਸੰਜੇ ਕਿਸ਼ਨ ਕੌਲ। ਉਹਨਾਂ ਨੂੰ ਕਿਹਾ ਸੀ ਅਦਾਲਤ ਦੇ ਵਿੱਚ ਕਿ ਇਹ ਪੰਜਾਬ ਦੀ ਸਮੱਸਿਆ ਹੈਗੀ ਹੈ, ਤੇ ਉਹਨਾਂ ਨੇ ਕਿਹਾ ਕਿ ਹਾਂ ਲਿਖ ਕੇ ਦੇ ਦਿਓ। ਮੈਂ ਲਿਖ ਕੇ ਇੱਕ ਚਿੱਠੀ ਦਿੱਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਕੋਰਟ ਜਿਹੜਾ ਹੈਗਾ ਹਾਈ ਕੋਰਟ, ਇਹਦਾ ਸੂਓ ਮੋਟੋ ਨੋਟਿਸ ਲੈਂਦਾ ਹੈਗਾ। it was CWP 20359 of 2013। 2013 ਹੁਣ ਕਿਹੜਾ ਚੱਲਿਆ 23 ਆਉਣ ਵਾਲਾ ਹੈਗਾ, 22 ਕਰੀਬ ਖਤਮ ਹੋ ਗਿਆ। ਇੰਨੇ ਵਰੇ ਹੋ ਗਏ। ਉਹਦੇ 'ਚ ਕੀ ਹੋਇਆ? ਹਾਈ ਕੋਰਟ ਵੱਲੋਂ ਕੁਝ ਇੰਸਟਰਕਸ਼ਨਸ ਵੀ ਪਾਸ ਹੋਈਆਂ। ਜਦੋਂ ਇੱਥੇ ਜੱਜ ਸਾਹਿਬ ਹੁੰਦੇ ਸੀ, ਨਾਓ ਹੀ ਇਜ਼ ਗੋਇੰਗ ਟੂ ਸੁਪਰੀਮ ਕੋਰਟ, ਉਹਨਾਂ ਨੇ ਬੜੇ ਚੰਗੇ ਵਿਚਕਾਰ ਇੰਟਰਿਮ ਫੈਸਲੇ ਦਿੱਤੇ ਕਿ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਤੇ ਡਰੱਗ ਜਿਹੜਾ ਹੈਗਾ ਕੁਝ ਸੁਧਾਰ ਹੋਏਗਾ। ਨਾ ਤੇ ਪੰਜਾਬ, ਨਾ ਹਰਿਆਣਾ, ਨਾ UT ਚੰਡੀਗੜ੍ਹ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਜਦੋਂ ਇੱਕ ਇਸ ਤਰ੍ਹਾਂ ਦੇ ਆਧਾਰਿਤ ਦੇ ਵਿੱਚ ਵੀ ਕੇਸ ਜਿਹੜਾ ਹੈਗਾ ਚੱਲਦਾ ਜਾਂਦਾ ਹੈ, ਚੱਲਦਾ ਕਿਉਂ ਜਾਂਦਾ ਹੈਗਾ? ਪੈਤਰੇਬਾਜ਼ੀ ਕਿਸੇ ਦੀ ਹੁੰਦੀ ਹੈਗੀ ਹੈ। ਕੋਰਟਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਬੇਸਿਕਲੀ ਇਸ ਗੱਲ ਨੂੰ ਇਸ ਪਾਸੇ ਮੋੜ ਦਿਓ, ਇਸ ਪਾਸੇ ਮੋੜ ਦਿਓ। ਜਿਹੜੇ ਕਿ ਕੁਝ ਪਾਰਟੀਆਂ ਹੈਗੀਆਂ ਨੇ, ਵੱਖ-ਵੱਖ ਪਾਰਟੀਆਂ ਉਹਦੇ 'ਚ ਹੁੰਦੀਆਂ ਨੇ। ਜਦੋਂ ਇਹ ਸਾਰਾ ਚੱਲਦਾ ਜਾਂਦਾ ਹੈ ਤਾਂ ਨੈਚੁਰਲੀ ਇੱਕ ਨਿਰਾਸ਼ਾ ਦੀ ਤਾਂ ਗੱਲ ਹੁੰਦੀ ਹੈਗੀ ਹੈ। ਸਿੱਟਾ ਕੋਈ ਨਿਕਲਦਾ ਨਹੀਂ ਉਹਦਾ। ਸਿੱਟਾ ਕੋਈ ਨਿਕਲਦਾ ਨਹੀਂ ਹੈਗਾ, ਨਾ ਨਿਕਲ ਰਿਹਾ, ਨਾ ਹੀ ਮਨੋਂ ਜਾਪਦਾ ਹੈ ਕੋਈ ਨਿਕਲੇਗਾ। ਇਹ ਦੇਖਿਆ ਜਾਵੇ ਸ਼੍ਰੀਕਾਂਤ ਜੀ, ਜਦੋਂ ਇਹ ਰਿਪੋਰਟ ਤਿਆਰ ਕਰੀ ਗਈ ਸੀ, ਉਦੋਂ ਦੇ ਜੇ ਕਿਹਾ ਜਾਵੇ ਮਾਹੌਲ ਕੀ ਸੀ, ਤੇ ਉਦੋਂ ਇਹ ਜਦੋਂ ਤੁਸੀਂ ਰਿਪੋਰਟ ਤਿਆਰ ਕਰ ਰਹੇ ਸੀਗੇ, ਜਦੋਂ ਇਨਪੁਟਸ ਤੁਸੀਂ ਲੈ ਰਹੇ ਹੋਵੋਗੇ, ਡਿਪਾਰਟਮੈਂਟਲੀ ਤੌਰ ਤੇ ਆ ਰਹੇ ਹੋਣੇ ਆ, ਉਸ ਟਾਈਮ ਦੀ ਸਿਚੁਏਸ਼ਨ ਕੀ ਸੀ ਜੀ? ਸਮਝੀਏ, ਚਲੋ ਹੁਣ ਤਾਂ ਕਿਉਂਕਿ ਸਾਲ ਬਹੁਤ ਬੀਤ ਗਏ ਨੇਗੇ, ਉਦੋਂ ਦੇ ਦੇਖਿਆ ਜਾਵੇ ਹਾਲਾਤ ਵੀ ਕੁਝ ਵੱਖਰੇ ਹੋਣੇ ਆ। ਉਸ ਤੋਂ ਬਾਅਦ ਤਾਂ ਖੈਰ ਵਧੀ ਹੋਣਾ ਮੇਰੇ ਹਿਸਾਬ ਦੇ ਨਾਲ, ਬਾਕੀ ਤੁਸੀਂ ਦੱਸਦੇ ਹੋ ਵੀ ਵਧਿਆ ਕਿ ਘਟਿਆ। ਉਦੋਂ ਦੇ ਹਾਲਾਤ ਅਸਲ ਮਾਇਨੇ 'ਚ ਕੀ ਸੀਗੇ ਕਿ ਜਦੋਂ ਇਹ ਤੁਸੀਂ ਤਿਆਰ ਕਰਨੀ ਸ਼ੁਰੂ ਕਰੀ, ਤੇ ਕੋਈ ਚੀਜ਼ਾਂ ਨੂੰ ਦੇਖ ਕੇ ਤੁਸੀਂ ਵੀ ਚੌਂਕੇ, ਭਾਵੇਂ ਤੁਸੀਂ ਡਿਪਾਰਟਮੈਂਟਾਂ ਦੇ ਵਿੱਚ ਹੀ ਸੀਗੇ, ਤੁਹਾਨੂੰ ਪਤਾ ਹੀ ਹੋਣਾ ਵੀਰੋ ਐਂ ਚੱਲਦਾ ਆਮ ਤੌਰ ਤੇ, ਪਰ ਜਦੋਂ ਫੈਕਟਸ ਆਉਂਦੇ ਨੇ ਉਦੋਂ ਗੱਲ ਵੱਖਰੀ ਹੁੰਦੀ। ਦੇਖੋ, ਉਸ ਵੇਲੇ ਐਕਸਰਸਾਈਜ਼ ਕਿਸ ਤਰ੍ਹਾਂ ਸ਼ੁਰੂ ਹੋਈ ਇਹ ਤੁਹਾਨੂੰ ਦੱਸਣਾ ਹੈਗਾ। ਉਸ ਵੇਲੇ ਇਹ ਹੋਇਆ ਕਿ ਸਾਡੇ ਪੰਜਾਬ ਦਾ ਸਿਸਟਮ ਜਿਹੜਾ ਹੈਗਾ ਅਨਫੋਰਚੂਨੇਟਲੀ ਥੋੜਾ ਵਿਗੜ ਰਿਹਾ ਹੈਗਾ। ਜਿਹੜੇ ਸੋ ਕਾਲਡ ਡੌਨਸ ਹੈਗੇ ਨੇ, ਬੰਦੇ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਆਨਸਰ ਹੈਗਾ, ਜੋ ਵੀ ਹੈਗਾ ਸਮਾਜ ਨੂੰ ਖਰਾਬ ਕਰ ਰਹੇ ਨੇ, ਜਿਹਦੇ ਕਰਕੇ ਇੱਥੇ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈਗੀ ਹੈ, ਕਬਜ਼ੇ ਵੀ ਹੋ ਰਹੇ ਹੈਗੇ ਨੇ, ਜਿਹਨੂੰ UP ਵਗੈਰਾ 'ਚ ਕਹਿੰਦੇ ਨੇ ਬਾਹੂਬਲੀ ਕਹਿੰਦੇ ਨੇ, ਉਹ ਵੀ ਇੱਥੇ ਪੈਦਾ ਹੋ ਰਹੇ ਹੈਗੇ ਨੇ, ਜਿਨ੍ਹਾਂ ਦੀ ਦੁਰਵਰਤੋਂ ਇਲੈਕਸ਼ਨ ਦੇ ਦੌਰਾਨ ਵੀ ਹੁੰਦੀ ਹੈਗੀ ਹੈ। ਤੇ ਉਸ ਵੇਲੇ ਅਸੀਂ ਵਿਚਾਰ ਕੀਤਾ ਕਿ ਅਸੀਂ ਇਸ ਤਰ੍ਹਾਂ ਦੀ ਲਿਸਟਾਂ ਵੱਖ-ਵੱਖ ਤਿਆਰ ਕਰੀਏ ਤਾਂ ਜਿਹੜਾ ਕਿ ਯੂਜ਼ ਇਲੈਕਸ਼ਨ ਦੇ ਦੌਰਾਨ ਵੀ ਹੁੰਦਾ ਹੈ ਤੇ ਰੋਜ਼ਮਰਰੇ ਦੀ ਜ਼ਿੰਦਗੀ ਦੇ ਵਿੱਚ ਵੀ ਹੁੰਦਾ ਹੈ। ਇਹ ਸਾਰੀ ਲਿਸਟਾਂ ਜਿਹੜੀ ਹੈਗੀਆਂ ਉਸ ਵੇਲੇ ਬਣੀ ਸੀ। ਇਹਦੇ 'ਚ ਤੁਹਾਨੂੰ ਦੱਸਾਂ, ਇਹਦੇ 'ਚ ਇੱਕ ਲਿਸਟ ਸੀ ਇਸ ਤਰ੍ਹਾਂ ਦੀ, ਮੈਂ ਥੋੜਾ ਡੇਵੀਏਟ ਹੋ ਰਿਹਾ ਹੈਗਾ, ਇੱਕ ਲਿਸਟ ਇਸ ਤਰ੍ਹਾਂ ਵੀ ਸੀ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਆਨਸਰ ਹੈਗੇ ਨੇ ਜਿਹੜੇ ਕਿ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ, ਕਿਉਂਕਿ ਉਹਨਾਂ ਦਾ ਦਬਦਬਾ ਕਿਸੇ ਹੋਰ ਇਲਾਕੇ 'ਚ ਹੈਗਾ। ਐਂਟੀ ਸੋਸ਼ਲ ਐਲੀਮੈਂਟ ਕਹਿ ਦਿਓ, ਬਾਹੂਬਲੀ ਕਹਿ ਦਿਓ, ਗੈਂਗਸਟਰ ਕਹਿ ਦਿਓ, ਐਂਟੀ ਸੋਸ਼ਲ ਐਲੀਮੈਂਟਸ ਕਹਿ ਦਿਓ, ਕੁਛ ਵੀ ਕਹਿ ਦਿਓ। ਉਹ ਲਿਸਟ ਵੀ ਤਿਆਰ ਹੋਈ ਸੀ।
ਇਹ ਉਹ ਲਿਸਟ ਹੈਗੀ ਹੈ ਜਿੱਦਾਂ ਕਿ ਕੋਈ ਪੋਲੀਟੀਕਲ ਸੱਜਣ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਮਰੋੜ ਕਰਕੇ ਕਹਿ ਦਿੱਤਾ ਕਿ ਇੰਟੈਲੀਜੈਂਸ ਵਿਭਾਗ ਇਹ ਕੋਸ਼ਿਸ਼ ਕਰ ਰਿਹਾ ਹੈਗਾ ਹੈ ਕਿ ਕਿਹੜੇ ਇਸ ਤਰ੍ਹਾਂ ਦੇ ਆਨਸਰ ਹੈਗੇ ਨੇ ਜਿਨ੍ਹਾਂ ਦਾ ਉਪਯੋਗ, ਜਿਨ੍ਹਾਂ ਦੀ ਯੂਟਿਲਾਈਜੇਸ਼ਨ ਇਲੈਕਸ਼ਨ 'ਚ ਹੋ ਸਕਦਾ ਹੈ। ਹਾਲਾਂਕਿ ਐਕਸਰਸਾਈਜ਼ ਇਹ ਸੀ ਕਿ ਇਹਨਾਂ ਦਾ ਆਇਡੈਂਟੀਫਾਈ ਕੀਤਾ ਹੈਗਾ, ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਦਬਿਸ਼ ਹੋਣਾ ਚਾਹੀਦਾ ਤਾਂ ਕਿ ਇਹਨਾਂ ਦਾ ਇਲੈਕਸ਼ਨਾਂ ਦੇ ਦੌਰਾਨ ਕੋਈ ਯੂਜ਼ ਨਾ ਹੋ ਸਕੇ। ਯਾਨੀ ਕਿ ਉਹ ਇੰਨਾ ਪ੍ਰਭਾਵ ਰੱਖਦੇ ਨੇ ਆਪਦਾ ਜਿਹੜੇ ਲੋਕ। ਹੈਗੇ। ਉਹਨੂੰ ਗੱਲ ਨੂੰ ਪੂਰੀ ਉਹਨਾਂ ਨੇ ਪੁਲਟ ਕਰਕੇ ਇਸ ਤਰ੍ਹਾਂ ਦੱਸ ਦਿੱਤਾ ਕਿ ਲਿਸਟਾਂ ਤਿਆਰ ਹੋ ਰਹੀਆਂ ਨੇ ਕਿ ਇਹਨਾਂ ਦਾ ਯੂਜ਼ ਇਲੈਕਸ਼ਨਾਂ 'ਚ ਹੋਏਗਾ। ਔਰ ਉਸ ਵੇਲੇ ਹੁਣੇ ਹੀ ਇਲੈਕਸ਼ਨ ਹੋ ਕੇ ਚੁੱਕੇ ਸਨ, ਨੈਕਸਟ ਇਲੈਕਸ਼ਨ 5 ਵਾਰੇ ਦੂਰ ਹੈਗੇ ਨੇ। ਵੀ ਵਰ ਜਸਟ ਟ੍ਰਾਈਂਗ ਟੂ ਕਲੀਨ ਅਪ ਦਾ ਸਿਸਟਮ ਪ੍ਰੋਸੈਸ। ਉਹਨੂੰ ਪਲਟ ਦਿੱਤਾ। ਚਲੋ ਐਨੀ ਹਾਊ ਦੈਟ ਵਾਸ ਵਨ ਐਸਪੈਕਟ। ਉਸੇ ਦੌਰਾਨ ਇਹ ਗੱਲਾਂ ਹੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਨੇ ਕਿ ਇਲੈਕਸ਼ਨਾਂ ਦੇ ਵਿੱਚ ਪੈਸੇ ਦਾ ਬੜਾ ਜ਼ਬਰਦਸਤ ਯੂਟਿਲਾਈਜੇਸ਼ਨ ਹੁੰਦਾ ਹੈਗਾ, ਹਰ ਪੋਲੀਟੀਕਲ ਪਾਰਟੀ ਕਰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈਗਾ। ਇਲੈਕਸ਼ਨ ਪਿੰਡਾਂ 'ਚ ਵੀ ਹੁੰਦੇ ਹੈਗੇ ਨੇ, ਪੰਚਾਇਤਾਂ ਦੇ ਵੀ ਹੁੰਦੇ ਹੈਗੇ ਨੇ। ਉਹਦੇ ਬਾਅਦ ਉੱਤੇ ਇਲੈਕਸ਼ਨ ਹੁੰਦੇ ਟਾਪ ਮੋਸਟ ਬਾਡੀਜ਼ ਹੈਗੇ ਨੇ, ਉੱਥੇ ਤੱਕ ਜਾਂਦਾ ਹੈਗਾ। ਪੰਚਾਇਤ ਦੀ ਇਲੈਕਸ਼ਨ ਦੀ ਗੱਲ ਕਰੀਏ, ਜੇ ਕੋਈ ਪੰਚ ਦਾ ਇਲੈਕਸ਼ਨ ਲੜ ਰਿਹਾ ਹੈਗਾ, ਸਰਪੰਚ ਦਾ ਇਲੈਕਸ਼ਨ ਲੜ ਰਿਹਾ ਹੈਗਾ, ਕਹਿੰਦਾ ਉਹਨੇ ਕਦੇ ਜਦੋਂ ਇਲੈਕਸ਼ਨ ਚੱਲ ਰਿਹਾ ਹੈਗਾ ਜਾਂ ਉਹਦੇ ਬਾਅਦ ਕਹਿੰਦੇ ਨੇ ਅਸੀਂ ਜੇ 10 ਲੱਖ ਖਰਚ ਕੀਤਾ ਇਲੈਕਸ਼ਨ 'ਚ, 15 ਲੱਖ ਖਰਚ ਕੀਤਾ, 20 ਕੀਤਾ, ਜਿੰਨਾ ਵੀ ਕੀਤਾ। ਸਵਾਲ ਇਹ ਆਂਦਾ ਹੈਗਾ ਕਿ ਕਿਸੇ ਨੇ ਆਪਣੀ ਪੈੜੀ ਵੇਚੀ ਸੀ, ਕੀ ਕਿਸੇ ਨੇ ਆਪਣੀ ਜਾਇਦਾਦ ਗਿਰਵੀ ਰੱਖੀ ਸੀ, ਕੀ ਕਿਸੇ ਨੇ ਆਪਣੀ ਵੋਟੀ ਦੀ ਜਿਹੜੇ ਹੈਗੇ ਨੇ ਜੁਐਲਰੀ ਹੈਗੀ ਉਹਨੂੰ ਗਹਿਣ ਰੱਖਿਆ ਸੀ? ਪੈਸਾ ਕਿੱਥੋਂ ਆਇਆ? ਪੈਸਾ ਕਿੱਥੋਂ ਆਇਆ? ਔਰ ਇਹੀ ਗੱਲ ਜਿਹੜੀ ਹੈ ਹਰ ਇਲੈਕਸ਼ਨ 'ਚ ਆਉਂਦੀ ਹੈਗੀ ਹੈ ਤੇ ਕਹਿੰਦੇ ਹੈਗੇ ਨੇ ਜੀ ਸਾਨੂੰ ਚੰਦਾ ਮਿਲਿਆ ਹੈਗਾ। ਠੀਕ ਹੈ, ਚੰਦਾ ਮਿਲਿਆ, ਬੜੀ ਚੰਗੀ ਗੱਲ ਹੈਗੀ ਹੈ। ਫਿਰ ਤੁਹਾਡੇ ਰਾਹੀਂ ਮੈਂ ਜਨਤਾ ਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣੀ ਖੂਨ ਪਸੀਨੇ ਦੀ ਕਮਾਈ, ਮਿਹਨਤ ਦੀ ਕਮਾਈ, ਵਾਈਟ ਮਨੀ ਕੀ ਤੁਸੀਂ ਕਿਸੇ ਨੂੰ ਡੋਨੇਸ਼ਨ ਵਿੱਚ ਦਿਓਗੇ ਇਲੈਕਸ਼ਨ ਤੋਂ? ਮੈਂ ਤਾਂ ਨਹੀਂ ਦਿਆਂਗਾ। ਤੁਸੀਂ ਵੱਡੇ ਬੰਦੇ ਹੈਗੇ, ਤੁਸੀਂ ਦੇ ਸਕਦੇ ਹੋ ਤਾਂ ਦੇ ਦਿਓ, ਮੈਂ ਤਾਂ ਨਹੀਂ ਦਿਆਂਗਾ। ਪੈਸਾ ਆਂਦਾ ਕਿੱਥੋਂ ਹੈਗਾ? ਇਹ ਮੈਂ ਨਹੀਂ ਕਹਿੰਦਾ ਸਾਰਾ ਪੈਸਾ ਜਿਹੜਾ ਹੈ ਡਰੱਗਸ ਦਾ ਹੈਗਾ, ਨੋ। ਮਾਫੀਆ ਬਹੁਤ ਕਿਸਮ ਦੇ ਹੈਗੇ ਨੇ। ਡਰਗ ਮਾਫੀਆ ਹੋ ਗਿਆ, ਟਿੰਬਰ ਮਾਫੀਆ ਹੋ ਗਿਆ, ਰੋਡ ਮਾਫੀਆ ਹੋ ਗਿਆ, ਬੁੱਕ ਮਾਫੀਆ ਹੋ ਗਿਆ, ਫਲਾਣਾ ਕਬਜ਼ਾ ਮਾਫੀਆ ਹੋ ਗਿਆ, ਹਰ ਤਰੀਕੇ ਦਾ ਹੈਗਾ। ਤੇ ਮੋਸਟ ਆਫ ਮਨੀ ਜਿਹੜੀ ਆਂਦੀ ਹੈਗੀ ਹੈ, ਜਿੱਦਾਂ ਕਿ ਸ਼ਾਇਦ ਕੋਈ ਕਾਨੂੰਨ ਵੀ ਸ਼ਾਇਦ ਇਸ ਤਰ੍ਹਾਂ ਦਾ ਬਣ ਗਿਆ ਹੈਗਾ ਕਿ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਹੈਗਾ ਕਿ ਇਹ ਪੈਸਾ ਕਿੱਥੋਂ ਆਇਆ। ਔਰ ਜੇ ਕੋਈ ਬੰਦਾ ਆਪਣੀ ਵਾਈਟ ਮਨੀ ਜਿਹੜੀ ਹੈਗੀ ਆਪਣੀ ਖੂਨ ਪਸੀਨੇ ਦੀ ਕਮਾਈ ਨਹੀਂ ਦਿੰਦਾ ਹੈਗਾ, ਸਵਾਲ ਮੈਂ ਪੁੱਛਣਾ ਹੈਗਾ ਕਿ ਉਹ ਪੈਸਾ ਕਿੱਥੋਂ ਆਇਆ? ਅਕਾਊਂਟੇਬਿਲਿਟੀ ਆਣੀ ਚਾਹੀਦੀ ਹੈ, ਕੁਛ ਆਣਾ ਚਾਹੀਦਾ। ਇਹ ਪੈਸਾ ਜਿਹੜਾ ਹੈਗਾ ਖਤਮ ਹੋ ਰਿਹਾ, ਕਿੱਥੋਂ ਵੀ ਆਇਆ। ਜਿਸ ਤਰ੍ਹਾਂ ਗੱਲ ਸ਼ੁਰੂ ਹੋਈ ਸੀ ਡਰੱਗ ਸਮਗਲਿੰਗ ਤੋਂ, ਪਰ ਮੈਂ ਸਾਰੇ ਮਾਫੀਆਸ ਜਿਹੜੇ ਹੈਗੇ ਨੇ ਉਹਨਾਂ ਨੂੰ ਵਿਚਕਾਰ ਲੈਤਾ, ਸਿਰਫ ਮੈਂ ਡਰੱਗ ਮਾਫੀਆ ਨੂੰ ਦੋਸ਼ੀ ਨਹੀਂ ਠਹਿਰਾਣਾ। ਇਹਦਾ ਮਤਲਬ ਹੈ ਕਿ ਹਰ ਪੋਲੀਟੀਸ਼ੀਅਨ ਨੂੰ, ਹਰ ਇਨਸਾਨ ਨੂੰ, ਹਰ ਵਿਅਕਤੀ ਨੂੰ, ਹਰ ਜੀਵਿਤ ਬੰਦੇ ਨੂੰ ਪਤਾ ਹੈਗਾ ਕਿ ਪੈਸਾ ਕਿੱਥੋਂ ਨਾ ਗਲਤ ਆ ਰਿਹਾ ਹੈ। ਪਰ ਜਦੋਂ ਗੱਲ ਹੁੰਦੀ ਹੈਗੀ ਵੱਡੇ ਵੱਡੇ ਸਟੇਟਮੈਂਟ ਦਿੱਤੇ ਜਾਂਦੇ ਹੈਗੇ ਨੇ, ਚਾਹੇ ਪੋਲੀਟੀਕਲ ਰੈਲੀ ਹੋਏ, ਚਾਹੇ ਸੋਸ਼ਲ ਰੈਲੀ ਹੋਏ, ਚਾਹੇ ਅਸੈਂਬਲੀ ਹੋਏ, ਚਾਹੇ ਪਾਰਲੀਮੈਂਟ ਹੋਏ, ਚਾਹੇ ਕੁਛ ਹੋਏ, ਪਰ ਉਹਦੇ 'ਚ ਹੁੰਦਾ ਕੁਛ ਨਹੀਂ ਹੈਗਾ। ਤੁਹਾਡੀ ਵਾਲੀ ਰਿਪੋਰਟ ਤੇ ਲੋਕ ਸਭਾ ਤੱਕ ਦਾ ਰੌਲਾ ਪੈ ਗਿਆ, ਯਾਨੀ ਕਿ ਲੋਕ ਸਭਾ 'ਚ ਰੌਲਾ ਪੈ ਗਿਆ। ਦੇਸ਼ ਦੇ ਗ੍ਰਹਿ ਮੰਤਰੀ ਬੋਲਦੇ ਨੇ, ਉਸ ਤੇ ਜਵਾਬ ਦਿੰਦੇ ਨੇ ਕਿ ਭਾਵੇਂ ਉਹ 'ਚ ਸਿਆਸੀ ਹਿੱਤ ਕੋਈ ਵੀ ਰਹੇ ਹੋਣ, ਪੁੱਛਣ ਵਾਲਿਆਂ ਦੀ ਵੀ ਤੇ ਦੱਸਣ ਵਾਲਿਆਂ ਦੀ ਵੀ, ਪਰ ਦੇਖਿਆ ਜਾਵੇ ਜਦ ਇੰਨੇ ਵੱਡੇ ਲੈਵਲ ਤੇ ਪਤਾ, ਯਾਨੀ ਕਿ ਕੇਂਦਰ ਤੱਕ ਨੂੰ ਵੀ ਪਤਾ ਕੀ ਹੋ ਗਿਆ, ਐਕਸ਼ਨ ਕਿਸੇ ਚੀਜ਼ ਤੇ ਨਾ ਲੈਣਾ। ਤੇ ਦੂਜੇ ਪਾਸੇ ਦੇਖੀਏ ਜਿਹੜੇ ਪੰਜਾਬ ਦੇ ਸਾਰੀਆਂ ਸਿਆਸਤਦਾਨਾਂ ਦੀ ਜੇ ਗੱਲ ਕੀਤੀ ਜਾਵੇ, ਪੰਜਾਬ ਇੱਕ ਉਹ ਮਾਡਲ ਬਣ ਗਿਆ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ ਅਗਲਾ ਪੰਜਾਬ ਤੋਂ ਸ਼ੁਰੂ ਕਰਦਾ, ਜਿਵੇਂ ਕਿ ਬਹੁਤ ਬਦਨਾਮ ਜੀ ਕੋਈ ਚੀਜ਼ ਹੁੰਦੀ ਹੈਗੀ। ਕਿਸੇ ਵੀ ਸਿਆਸਤਦਾਨ ਦੀ ਐਡੀ ਗੰਭੀਰਤਾ ਜਾਂ ਚਿੰਤਾ ਨਹੀਂ ਹੈਗੀ ਜਦੋਂ ਲੋਕਾਂ ਕੋਲ ਜਾ ਕੇ ਇੰਨਾ ਸੀਰੀਅਸ ਦਿਖਾਉਂਦੇ ਨੇ ਆਪਣੇ ਆਪ ਨੂੰ ਕਿ ਪੰਜਾਬ ਪ੍ਰਤੀ ਅਸੀਂ ਤਾਂ ਬਸ ਮਰ ਮਿਟਾਂਗੇ, ਤਾਂ ਉਹਨਾਂ ਨੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕਰੀ ਅੱਜ ਤੱਕ, ਕਿਉਂਕਿ ਇੰਨੇ ਸਾਲ ਬੀਤ ਗਏ, ਕਈ ਸਰਕਾਰਾਂ ਚੇਂਜ ਹੋ ਗਈਆਂ। ਉਸ ਸਮੇਂ ਦੇ ਦੌਰਾਨ ਤੋਂ ਹੁਣ ਤੱਕ ਦੇ ਸ਼ਸ਼ੀਕਾਂਤ ਨੂੰ ਕਿਸੇ ਨੇ ਪੁੱਛਿਆ ਸੀਰੀਅਸਲੀ ਵੀ ਜੇਕਰ ਚਲੋ ਰਿਪੋਰਟ ਤਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਬਣੀ ਸੀ ਵੀ ਉਦੋਂ ਬਾਅਦ ਜੇ ਮੈਂ ਕੁਝ ਕਰਨਾ ਚਾਹੁੰਦਾ ਤਾਂ ਕੀ ਕਰ ਸਕਦਾ? ਇਹ ਜਿਹੜਾ ਸਵਾਲ ਪੁੱਛਿਆ ਹੈਗਾ ਤੁਹਾਡੇ ਟੀਵੀ ਮਾਰਫਤ ਮੈਂ ਜਨਤਾ ਨੂੰ ਪੁੱਛਣਾ ਚਾਹੁੰਦਾ ਹੈਗਾ ਕਿ ਕਿਸੇ ਨੇ ਕੁਝ ਵੇਖਿਆ? ਜਨਤਾ ਜਿਹੜੀ ਹੈਗੀ ਹੈ ਸਭ ਜਾਣਦੀ ਹੈਗੀ ਹੈ, ਉਹਨਾਂ ਨੂੰ ਸਭ ਪਤਾ ਹੈਗਾ। ਇਹਦਾ ਜਵਾਬ ਜਨਤਾ ਤੋਂ ਜ਼ਿਆਦਾ ਕੋਈ ਵੀ ਆਨਸਰ ਕੋਈ ਵੀ ਨਹੀਂ ਦੇ ਸਕਦਾ। ਇਸ ਤੋਂ ਥੋੜੀ ਦੇਰ ਪਹਿਲੇ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਆਪਣੇ ਇੱਕ ਬੜੇ ਉੱਗੇ ਵਕੀਲ ਸਾਹਿਬ ਹੈਗੇ ਨੇ, ਹੂ ਇਜ਼ ਅ ਸੋਸ਼ਲ ਐਕਟਿਵਿਸਟ ਆਲਸੋ, ਬਿਗ ਸੋਸ਼ਲ ਐਕਟਿਵਿਸਟ। ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਜੀ ਇਸ ਚੀਜ਼ ਦਾ ਜਿਹੜੀ ਹੈਗੀ ਹੈ ਨੋਟਿਸ ਜਿਹੜਾ ਹੈਗਾ ਸਾਰੀ ਜਿਹੜੀ ਮਾਨਯੋਗ ਅਦਾਲਤਾਂ ਹੈਗੀਆਂ ਉਹਨਾਂ ਦੇ ਵੱਲੋਂ ਵੀ ਲੈਣਾ ਚਾਹੀਦਾ ਹੈਗਾ। ਉਹੀ ਹੈਗਾ ਅਲਟੀਮੇਟਲੀ ਗੱਲ ਘੁੰਮਾ ਕੇ ਆ ਜਾਂਦੀ ਹੈਗੀ ਹੈ। ਜੇ ਅਸੀਂ ਫਿਰ ਮੈਂ ਪੋਲੀਟੀਕਲ ਅਧਾਰੇ ਵੱਲ ਆ ਰਿਹਾ ਹੈਗਾ ਕਿ ਹਰ ਗੱਲ ਨੂੰ ਪੋਲੀਟੀਸਾਈਜ਼ ਕੀਤਾ ਜਾਂਦਾ ਹੈ। ਜੇ ਪੰਜਾਬ ਦੀ ਗੱਲ ਕਰਾਂ, ਇੱਕ ਹਿੰਦੀ ਦੀ ਕਹਾਵਤ ਹੈਗੀ ਹੈ, ਆਮ ਤੌਰ ਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਹਾਡਾ ਰੇਡੀਓ ਸਾਰੇ ਪਾਸੇ ਜਾਏਗਾ, ਬਦ ਭਲਾ ਬਦਨਾਮ ਬੁਰਾ। ਜੇ ਬੰਦਾ ਕੋਈ ਬਦਨਾਮ ਹੋ ਗਿਆ ਤੇ ਇਹਦਾ ਮਤਲਬ ਗਰਕ ਚਲਾ ਗਿਆ। ਜਿਹੜੇ ਬੰਦੇ ਜਿਹੜੇ ਕੰਮ ਕਰਕੇ ਬੈਠੇ ਹੈਗੇ ਨੇ, ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਨੇ,
ਆਰਾਮ ਦੇ ਨਾਲ ਬੈਠੇ ਹੈਗੇ ਨੇ। ਪਰ ਬਦਨਾਮ ਕੌਣ ਹੋ ਗਿਆ? ਸਾਡਾ ਪੰਜਾਬ, ਸਾਡਾ ਪੰਜਾਬੀ ਸਮਾਜ, ਕਿ ਹਾਂ ਜੀ ਇੱਥੇ ਤਾਂ ਨਸ਼ਾ ਬਹੁਤ ਜ਼ਿਆਦਾ ਹੈਗਾ। ਜਦੋਂ ਸਾਡੇ ਸਾਰੇ ਸਮਾਜ ਦੀ ਬਦਨਾਮੀ ਹੋ ਰਹੀ ਹੈਗੀ ਹੈ, ਸਾਡੇ ਜਿਹੜੇ ਪ੍ਰਦੇਸ਼ ਦੀ ਬਦਨਾਮੀ ਹੋ ਰਹੀ ਹੈ, ਪੰਜਾਬੀਆਂ ਦੀ ਹੋ ਰਹੀ ਹੈ, ਪੰਜਾਬੀਅਤ ਦੀ ਹੋ ਰਹੀ ਹੈ, ਤੇ ਜਨਤਾ ਕਿਉਂ ਨਹੀਂ ਖੜੀ ਹੁੰਦੀ ਹੈਗੀ ਇਸ ਤਰ੍ਹਾਂ ਦੇ ਡਰੱਗਸ ਸਮਗਲਰਸ ਦੇ ਖਿਲਾਫ? ਪਰ ਜਿਹੜੇ ਤੁਸੀਂ ਵੀ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਕਈ ਵਾਰ ਪਿੱਛੇ ਜੇ ਬਹੁਤ ਵੀਡੀਓ ਆਏ ਨੇ, ਆਂਦੇ ਵੀ ਰਹਿੰਦੇ ਨੇ, ਖੈਰ ਹੋ ਸਕਦਾ ਸ਼ਾਇਦ ਅੱਗੇ ਨੂੰ ਵੀ ਕਿਤੇ ਆ ਜਾਣ, ਜਦੋਂ ਤੱਕ ਲੋਕ ਚੀਕਾਂ ਮਾਰਦੇ ਨੇ, ਪਿੱਟਦੇ ਨੇ, ਤੇ ਫਿਰ ਉਹ ਆਪ ਵੀ ਕਈ ਵਾਰ ਹੱਥ ਪਾ ਲੈਂਦੇ ਨੇ, ਭਾਵੇਂ ਉਹ ਕਾਨੂੰਨੀ ਤੌਰ ਤੇ ਗਲਤੀ ਹੋਵੇ। ਇਹ ਜਿਹੜਾ ਸਿਸਟਮ ਜਦੋਂ ਸ਼ੁਰੂ ਹੋਇਆ, ਸਭ ਤੋਂ ਜ਼ਿਆਦਾ ਗੈਂਗਸਟਰਾਂ ਦਾ ਵੀ ਬਹੁਤ ਨਾਮ ਜੁੜਨ ਲੱਗ ਗਿਆ, ਹੁਣ ਵੀ ਗੈਂਗਸਟਰ ਹੀ ਕਰਦੇ ਨੇ ਇਹ। ਉਸ ਸਮੇਂ ਦੇ ਦੌਰਾਨ ਗੈਂਗਸਟਰ ਇਨਵੋਲਵ ਸੀਗੇ, ਕੋਈ ਇਸ ਤਰ੍ਹਾਂ ਦੇਖਣ ਨੂੰ ਮਿਲਿਆ, ਜਾਂ ਇਹ ਬਾਅਦ ਚ ਲੋਕ ਜਿਵੇਂ ਜਿਵੇਂ ਕਿਸੇ ਚੀਜ਼ ਚ ਲਾਲਚ ਵੱਧ ਜਾਂਦਾ ਉਸ ਫਿਰ ਇਹ ਇਨਵੋਲਵ ਹੋਣਾ ਸ਼ੁਰੂ ਹੋਏ? ਦੇਖੋ, ਇਹਦੇ 'ਚ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਦੂਜੇ ਪਾਸੇ ਲਿਜਾਣਾ ਚਾਹਾਂਗਾ। ਡਰੱਗਸ ਦੀ ਗੱਲ ਜਿਹੜੀ ਹੈਗੀ ਹੈ, ਦੇਖੋ ਡਰੱਗ ਸ਼ੁਰੂ ਹੋਈ ਪੰਜਾਬ ਦੇ ਵਿੱਚ ਮਿਡ 80s ਦੇ ਵਿੱਚ, ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਚੱਲ ਰਿਹਾ ਸੀ। ਪਹਿਲੀ ਵਾਰੀ ਜਦੋਂ ਡਰੱਗ ਫੜੀ ਗਈ ਹੈਗੀ ਹੈ, ਮੈਨੂੰ ਧਿਆਨ ਆਉਂਦਾ ਹੈਗਾ ਹੈ ਕਿ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਚੀਜ਼ ਹੈ ਕੀ, ਚਿੱਟਾ ਪਾਊਡਰ ਹੈ ਕੀ। ਉਹਦੇ ਬਾਅਦ ਜੋ ਕੈਮੀਕਲ ਹੋਇਆ, ਫੋਰੈਂਸਿਕ ਲੈਬ ਵਗੈਰਾ, ਉਹਨਾਂ ਨੇ ਦੱਸਿਆ ਕਿ ਭਾਈ ਇਟਸ ਬੇਸਿਕਲੀ ਹੈਰੋਇਨ, ਜਿਹੜੀ ਕਿ ਗ੍ਰੇਡ 3 ਜਿਹੜੀ ਅਫੀਮ ਹੈਗੀ ਹੈ, ਉਦੋਂ ਤੋਂ ਪਿਓਰੀਫਿਕੇਸ਼ਨ ਕਰਦੇ ਹੋਏ 3rd ਸਟੈਪ ਦੀ ਜਿਹੜੀ ਚੀਜ਼ ਆਉਂਦੀ ਹੈਗੀ ਹੈ ਹੈਰੋਇਨ ਗ੍ਰੇਡ 3, ਜਿਹੜੀ ਕਿ ਸਾਰਿਆਂ ਤੋਂ ਚੰਗੀ ਅੱਜ ਦੀ ਤਰੀਕ ਤੱਕ ਮਾਨੀ ਜਾਂਦੀ ਹੈਗੀ ਹੈ। ਓਕੇ, ਉਹਦੇ ਬਾਅਦ ਰੌਲਾ ਪੈ ਗਿਆ ਕਿ ਇਹ ਜਿਹੜੇ ਮਿਲੀਟੈਂਟਸ ਹੈਗੇ ਨੇ ਉਹ ਡਰੱਗਸ ਇੱਥੇ ਲੈ ਕੇ ਆਏ, ਵਿਚ ਆਈ ਥਿੰਕ ਇਜ਼ ਟੋਟਲੀ ਰੋਂਗ। ਪਾਕਿਸਤਾਨ ਵੱਲੋਂ ਇਹ ਹੋਇਆ ਕਿ ਜਦੋਂ ਇੱਥੇ ਹਥਿਆਰ ਅਸਲਾ ਆ ਰਿਹਾ ਹੈਗਾ, ਉਹਦੇ ਨਾਲ ਇਹ ਭੇਜ ਦਿਓ। ਤੁਸੀਂ ਪੰਜਾਬੀ ਹੈਗੇ ਹੋ, ਬੱਚੇ ਹੈਗੇ ਹੋ, ਸ਼ਾਇਦ ਤੁਹਾਨੂੰ ਪਤਾ ਨਾ ਹੋਏ, ਪਰ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਜਿਹੜਾ ਹੈਗਾ ਹੈ ਤੇ ਬੰਬੇ ਦਾ ਵੈਸਟ ਕੋਸਟ ਜਿਹੜਾ ਹੈਗਾ, ਗੋਲਡ ਸਮਗਲਿੰਗ ਦਾ ਸਾਰਿਆਂ ਤੋਂ ਵੱਡਾ ਅੱਡਾ ਹੁੰਦਾ ਸੀ। ਇਧਰੋਂ ਵੀ ਆਉਂਦੀ ਸੀ, ਉਸ ਪਾਸੇ ਵੀ ਆਉਂਦੀ ਸੀ। ਪੰਜਾਬ ਦੇ ਜਿੰਨੇ ਵੀ ਕਾਫੀ ਸਾਰੇ ਜਿਹੜੇ ਉੱਘੇ ਪਰਿਵਾਰ ਸਨ, ਚਾਹੇ ਪੋਲਿਟਿਕਸ ਵਿੱਚ ਸਨ ਕਿ ਨਹੀਂ ਸਨ, most of them were involved in smuggling of gold. ਹੌਲੀ ਹੌਲੀ ਗੋਲਡ ਦੇ ਪ੍ਰਾਈਸਿਸ ਥੋੜੇ ਸਟੇਬਲਾਈਜ਼ ਹੋ ਗਏ, ਇਹਦੇ ਕਰਕੇ ਗੋਲਡ ਸਮਗਲਿੰਗ ਇੱਥੇ ਵੀ ਘਟ ਗਈ, ਉੱਥੇ ਹਾਜੀ ਮਸਤਾਨ ਵਗੈਰਾ ਕੰਪਨੀ ਜਿਹੜੀ ਸੀ ਉਹਨਾਂ ਦੇ ਵੱਲ ਵੀ ਘਟ ਗਈ, ਤੇ ਇਹਨਾਂ ਨੇ ਦੂਜੀ ਚੀਜ਼ਾਂ ਕਰਨੀ ਸ਼ੁਰੂ ਕਰ ਦਿੱਤੀ। ਇਹ ਅਨਸਰ ਸੀ ਜਿਹੜਾ ਕਿ ਚਿੱਟੇ ਦੀ ਸਮਗਲਿੰਗ ਦੇ ਵਿੱਚ ਪਹਿਲੇ ਆਇਆ। ਬਦਨਾਮੀ ਜਿਹੜੀ ਹੁੰਦੀ ਅਸੀਂ ਕਹਿੰਦੇ ਨੇ ਸਮੋਕ ਸਕਰੀਨ, ਸਮੋਕ ਸਕਰੀਨ ਇਹ ਕ੍ਰੀਏਟ ਹੋ ਗਈ ਕਿ ਇਹ ਜਿਹੜੇ ਡਰੱਗਸ ਹੈਗੀਆਂ ਨੇ ਇਹ ਮਿਲੀਟੈਂਟਸ ਲੈ ਕੇ ਆ ਰਹੇ ਨੇ। ਜਦੋਂ ਇਹ ਹੈਗਾ ਕਿ ਠੀਕ ਇੱਕ ਖੇਪ ਆ ਰਹੀ ਹੈਗੀ ਹੈ, ਮੋਟਾ ਐਗਜ਼ਾਮਪਲ ਦੇਣਾ ਹੈਗਾ, ਇੱਕ ਟਰੱਕ ਆ ਰਿਹਾ, ਉਹਦੇ 'ਚ 50 ਕਿਸਮ ਦੀ ਚੀਜ਼ਾਂ ਹੁੰਦੀਆਂ ਨੇ, ਰੋਟੀ ਵੀ ਹੋਏਗੀ, ਅਨਾਜ ਵੀ ਹੋਏਗਾ, ਇਹ ਵੀ ਅਨਾਜ, ਉਹ ਵੀ ਅਨਾਜ। ਉਸ ਤਰ੍ਹਾਂ ਹੀ ਹੈਗੀ ਹੈ ਕਿ ਜੇ ਕੋਈ ਖੇਪ ਆ ਰਹੀ ਹੈ, ਡਰੱਗ ਹਥਿਆਰਾਂ ਦੇ ਨਾਲ ਡਰੱਗਸ ਆ ਰਹੀਆਂ ਨੇ, ਡਰੱਗਸ ਜਿਹੜੀ ਹੈਗੀਆਂ ਨੇ ਇੱਕ ਪਾਸੇ ਚਲੇਗੀ, ਹਥਿਆਰ ਵਗੈਰਾ ਇੱਕ ਪਾਸੇ ਚਲੇ ਗਏ। ਇੱਥੋਂ ਜਿਹੜੀ ਹੈਗੀ ਹੈ ਸ਼ੁਰੂਆਤ ਹੋਈ। ਔਰ ਪਾਕਿਸਤਾਨ ਨੇ ਸ਼ੁਰੂਆਤ ਕਿਉਂ ਕੀਤੀ? ਇੱਕ ਇਹ ਵੀ ਭੇਦ ਖੋਲ ਦੇਣਾ ਹੈਗਾ ਮੈਂ, ਦੁਨੀਆ ਦੀ ਜਿੰਨੀ ਵੀ ਵੱਡੀ ਏਜੰਸੀਜ਼ ਹੈਗੀਆਂ ਨੇ, ਇੰਟੈਲੀਜੈਂਸ ਏਜੰਸੀਜ਼, ਉਹ ਸਾਰੀ ਡਰੱਗ ਸਮਗਲਿੰਗ ਦੇ ਵਿਚਕਾਰ ਹੈਗੀਆਂ ਨੇ। ਕਿਉਂਕਿ ਜਿਹੜਾ ਕਿ ਇਸ ਤਰ੍ਹਾਂ ਦੇ ਆਪਰੇਸ਼ਨਸ ਹੁੰਦੇ ਨੇ, ਇਸ ਤਰ੍ਹਾਂ ਦੇ ਕੰਮ ਹੁੰਦੇ ਹੈਗੇ ਨੇ, ਉਹਨਾਂ ਦੇ ਲਈ ਇੱਕ ਸਪੈਸੀਫਿਕ ਫੰਡ ਹੁੰਦਾ ਹੈਗਾ, ਉਹਨੂੰ ਕਹਿੰਦੇ ਨੇ SS ਫੰਡ, ਸੀਕ੍ਰੇਟ ਸਰਵਿਸ ਫੰਡ, ਜਿਹਦਾ ਕਿ ਆਮ ਤੌਰ ਤੇ ਜ਼ਿਆਦਾ ਲੇਖਾ ਜੋਖਾ ਨਹੀਂ ਰੱਖਿਆ ਜਾਂਦਾ ਹੈਗਾ। ਪਰ ਇਹਦਾ ਜਿਹੜਾ ਹੈਗਾ ਮੈਂਸ਼ਨ ਨੈਸ਼ਨਲ ਬਜਟ ਦੇ ਵਿੱਚ ਹੁੰਦਾ ਹੈਗਾ। ਕੋਈ ਵੀ ਤੁਸੀਂ ਨੈਸ਼ਨਲ ਬਜਟ ਦੇਖ ਲਿਓ, ਸਟੇਟ ਬਜਟ ਦੇਖ ਲਿਓ, ਤੇ ਦੇਖ ਸਕਦੇ ਹੋ SS ਫੰਡ ਕਿੰਨਾ ਹੈਗਾ। ਪਰ ਇਸ ਤਰ੍ਹਾਂ ਦੇ ਕੰਮ ਜਿਹੜੇ ਹੁੰਦੇ ਨੇ, ਜਿਵੇਂ ਅੱਜ ਦੀ ਤਰੀਕ 'ਚ ਪੰਜਾਬ ਜੇ ਇੱਥੇ ਆਪਣੇ ਪਾਕਿਸਤਾਨ ਇੱਥੇ ਪੰਜਾਬ ਦੇ ਵਿੱਚ ਕਿਤੇ ਹੋਰ ਆਪਣੇ ਸਲੀਪਰ ਸੈਲਸ ਇੰਟੈਕਟ ਰੱਖਣਾ ਜਾ ਰਿਹਾ, ਉਹਨਾਂ ਦਾ ਹਰ ਮੰਥਲੀ ਪੇਮੈਂਟ ਜਾਣਾ ਹੈਗਾ। ਇੱਥੇ ਤੁਸੀਂ RPG ਦਾ ਇਸਤੇਮਾਲ ਕਰਨਾ, ਕਹਿੰਦੇ ਨੇ 4 RPG ਹੈ, 2 ਫੜੇ ਗਏ, 2 ਨਹੀਂ ਫੜੇ ਗਏ, ਉਹਦੇ ਲਈ ਵੀ ਪੈਸੇ ਲੱਗੇ ਹੋਣੇ ਨੇ। ਬਾਕੀ ਚੀਜ਼ਾਂ ਲਈ ਪੈਸਾ ਕਿੱਥੋਂ ਆਉਂਦਾ ਹੈਗਾ? ਕਿ ਤੁਸੀਂ ਜਿਹੜੀ ਤੁਹਾਡੀ ਬਜਟਰੀ ਐਲੋਕੇਸ਼ਨ ਹੈਗੀ ਹੈ, ਤੁਸੀਂ ਵੀ ਇੱਕ ਸੰਸਥਾ ਨਾਲ ਕੰਮ ਕਰਦੇ ਹੋ, ਉਹਦੇ ਵਿੱਚ ਉਹਨਾਂ ਦੇ ਬਜਟ ਦੇ ਵਿੱਚ ਹੀ ਹੁੰਦਾ ਇੰਨੀ ਸੈਲਰੀ ਤੁਹਾਡੀ, ਇੰਨੀ ਸੈਲਰੀ ਤੁਹਾਡੀ, ਉਹਦੇ 'ਚ ਤਾਂ ਹੋਏਗਾ ਨਹੀਂ। That's how Pakistan started doing this drug business, ਕਿ ਅਨਅਕਾਊਂਟਡ ਮਨੀ ਹੈਗੀ ਹੈ, ਕੁਛ ਤੁਸੀਂ ਖਾਓ, ਕੁਛ ਇੱਥੇ ਪੀਓ। ਇਸ ਤਰ੍ਹਾਂ ਜਿਹੜੀ ਹੈਗੀ ਇਹਦੀ ਸ਼ੁਰੂਆਤ ਹੁੰਦੀ ਗਈ, ਤੇ ਹੁੰਦੇ ਹੁੰਦੇ ਜਿਸ ਤਰ੍ਹਾਂ ਮੈਂ ਦੱਸਿਆ, ਜਦੋਂ ਵੱਡਾ ਬਣ ਗਿਆ ਤੇ ਜਿਹੜੇ ਵੱਡੇ ਜਿਹੜੇ ਇਨਵੈਸਟਰਸ ਹੈਗੇ ਨੇ ਦੇ ਗੋਟ ਇਨਟੂ ਇਟ, ਉਹਨਾਂ ਦੇ ਜਿਹੜੇ ਫਿਰ CNF ਦੇ ਅੱਗੇ ਜਿਹੜੇ ਏਜੰਟਸ ਹੈਗੇ ਨੇ ਉਹ ਆਉਣਾ ਸ਼ੁਰੂ ਹੋ ਗਏ। ਹੁੰਦੇ ਹੁੰਦੇ ਅੱਜ ਹਾਲਾਤ ਇਹ ਹੈਗੇ ਕਿ ਪੰਜਾਬ ਦੇ ਰੱਬ ਜਾਣੇ ਕਿੰਨੇ ਬੱਚੇ ਆਪਣੀ ਜ਼ਿੰਦਗੀ ਗਵਾਈ ਉਹਨਾਂ ਨੇ, ਕਿੰਨੇ ਬੱਚੇ ਜਿਹੜੇ ਹੈਗੇ ਇਹਦੇ 'ਚ ਪਏ ਹੈਗੇ ਨੇ। ਆਈ ਡੋਂਟ ਨੋ, ਬਿਕੋਜ਼ ਇਹਦੇ 'ਚ ਕੋਈ ਫਿਗਰ ਕਿਸੇ ਨੇ ਸਟੇਟ ਨੇ ਬਣਾਈ ਨਹੀਂ ਅੱਜ ਤੱਕ ਕੋਈ ਵੀ।
that's the situation as on date. ਸਿਆਸਤਦਾਨਾਂ ਦੀ ਐਂਟਰੀ ਵੀ ਇਸੇ ਤਰ੍ਹਾਂ ਦੇ ਨਾਲ ਹੋਈ ਕਿ ਆਖਰਕਾਰ ਵੱਡੇ ਇਨਵੈਸਟਰ ਚਾਹੀਦੇ ਸੀਗੇ, ਤਾਂ ਜਿਹੜੀ ਗੱਲ ਤੁਸੀਂ 골ਡ ਵਾਲੀ ਦੱਸੀ ਕਿ 골ਡ ਦੇ ਵਿੱਚ ਇਸ ਤਰ੍ਹਾਂ ਦੇ ਸੀਗੇ, ਉਹ 'ਚ ਜ਼ਾਹਿਰ ਜੀ ਗੱਲ ਹੈ ਸਿਆਸਤਦਾਨ ਵੀ ਹੋਣੇ ਹੈਗੇ ਵਿੱਚ, ਸਿਆਸਤਦਾਨਾਂ ਦੀ ਵੀ ਐਂਟਰੀ ਇਸੇ ਤਰ੍ਹਾਂ ਦੇ ਨਾਲ ਹੋਈ ਕਿ ਆਖਰਕਾਰ ਠੀਕ ਹੈ ਇਹ ਵੱਡੇ ਮੁਨਾਫੇ ਵਾਲਾ ਹੈਗਾ ਹੈ, ਤੇ ਇਹਦੇ ਨਾਲ ਜਿਹੜੇ ਜਿੰਨੇ ਮਾੜੇ ਲੋਕ ਜੁੜੇ ਹੋਏ ਸੀ, ਜਿਵੇਂ ਤੁਸੀਂ ਦੱਸਿਆ ਕਿ ਉਹ ਪੂਰਾ ਸਿਸਟਮ ਇੱਕ ਪੋਲੀਟੀਕਲ ਸਿਨੈਰੀਓ ਹਿਲਾਉਣ ਦੇ ਵਿੱਚ ਰੱਖਦੇ ਨੇ ਮਜ਼ਬੂਤੀ, ਤਾਂ ਉਹਨਾਂ ਦੀ ਐਂਟਰੀ ਇਹਦੇ ਰਸਤੇ ਹੀ ਸੀਗੀ। ਕੁਛ ਦੀ ਮੈਂ ਨਹੀਂ ਕਹਾਂਗਾ ਸਾਰਿਆਂ ਦੇ, ਕੁਛ ਇਸ ਤਰ੍ਹਾਂ ਦੇ ਪੋਲੀਟੀਸ਼ੀਅਨਸ ਵੀ ਹੈਗੇ ਨੇ ਜਿਹੜੇ ਇਹਦੇ ਵਿੱਚ ਨਹੀਂ ਸੀ। ਉਹਦਾ ਇੱਕ ਮੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਮੈਂ ਦੇ ਚੁੱਕਿਆ ਹੈਗਾ। ਜੇ ਮੈਂ ਪਿੰਡ ਦੇ ਇਲੈਕਸ਼ਨ ਦੀ ਗੱਲ ਕੀਤੀ, ਪੰਚਾਇਤਾਂ ਦੇ ਇਲੈਕਸ਼ਨ ਦੀ ਗੱਲ ਕੀਤੀ, ਉਹਦੇ ਬਾਅਦ ਹੋਰ ਇਲੈਕਸ਼ਨਸ ਹੈਗੇ ਨੇ, ਉਹਦਾ ਜਵਾਬ ਤੁਸੀਂ ਜਨਤਾ ਨੂੰ ਦਿਲਵਾ ਦਿਓ, ਉਹ ਪੈਸਾ ਕਿੱਥੋਂ ਆਉਂਦਾ ਹੈਗਾ। ਉਸੇ ਕਰਕੇ ਜਿਹੜਾ ਹੈਗਾ ਹੈ ਸਾਰਿਆਂ ਤੋਂ ਪੈਸੇ ਦੀ ਲੋੜ ਕਿੰਨੂੰ ਹੈਗੀ ਹੈ, ਜਾਂ ਤੇ ਇਸ ਤਰ੍ਹਾਂ ਦੇ ਅਨਸਰਾਂ ਨੂੰ ਹੈਗੇ ਜਿਨ੍ਹਾਂ ਨੂੰ ਲੱਖਾਂ या सॉरी हज़ार सैकड़ों करोड़ खर्च करके फॉर देयर पार्टी और वट एवर इट इज़ सारा करना हैगा, तो नैचुरली पैसा कितों आएगा, पैसा जोड़ा हैगा यही आंदा हैगा। और येस ਇਹਦਾ ਇਨਵੋਲਵਮੈਂਟ ਜਿਹੜਾ ਹੈ ਇਸ ਸੈਕਸ਼ਨ ਆਫ ਪੁਲਿਸ ਵਾਲੇ ਵੀ ਇਨਵੋਲਵ ਹੈਗੇ ਨੇ, ਇਸ ਸੈਕਸ਼ਨ ਆਫ ਦੂਜੀ ਸਰਵਿਸ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਸਾਰੇ ਕਨਸਟੀਟਿਊਸ਼ਨ ਦੇ ਪਿਲਰਸ ਹੈਗੇ ਨੇ, ਐਡਮਿਨਿਸਟ੍ਰੇਸ਼ਨ ਹੋ ਗਿਆ ਵਟ ਐਵਰ ਇਟਸ, ਉਹ ਵੀ ਇਨਵੋਲਵ ਹੈਗੇ ਨੇ। ਅਯਾਸ਼ੀ ਦਾ ਸਾਰੇ ਕਰਦੇ ਹੈਗੇ ਨੇ। ਕਿਹੜਾ ਬੰਦਾ ਜਿਹੜਾ ਹੈਗਾ ਕਿੰਨੀ ਸੁੱਕੀ ਤਨਖਾਹ ਮਿਲਦੀ ਹੈਗੀ ਹੈ, ਤੁਸੀਂ ਕਿੰਨੇ ਤੋਂ ਉਹਦੇ ਵਿੱਚ ਲੈ ਕਰਕੇ ਵਿਦੇਸ਼ਾਂ 'ਚ ਘੁੰਮ ਲਿਓਗੇ, ਕਿੰਨਾ ਤੁਸੀਂ ਕੀ ਇਕੱਠਾ ਕਰ ਲਿਓਗੇ। ਨੈਚੁਰਲੀ ਪੈਸੇ ਦੀ ਜਿਹੜੀ ਇੱਕ ਲਾਲਚ ਹੈਗੀ ਹੈ ਫॉर ਪੁਲਿਸ, ਚਾਹੇ ਪੋਲੀਟੀਸ਼ੀਅਨਸ, ਚਾਹੇ ਮੈਂ ਕਹਿੰਦਾ ਹਾਂ ਸਾਡੇ ਡੈਮੋਕ੍ਰੇਸੀ ਦੇ ਹੋਰ ਜਿਹੜੇ ਥੰਬ ਹੈਗੇ ਨੇ ਉਹਨਾਂ ਨੂੰ, ਸਾਰੇ ਇਸ ਕਰਕੇ ਹੌਲੀ ਹੌਲੀ ਕਿਸੇ ਨਾ ਕਿਸੇ ਹੱਦ ਤੱਕ ਉਹਦੇ 'ਚ ਇਨਵੋਲਵ ਹੋ ਗਏ। ਇੱਕ ਲਾਸਟ ਹੁਣ ਇੰਨਾ ਕੁ ਦੱਸੋ ਕਿ ਜਦੋਂ ਡੀਜੀਪੀ ਸ਼ਸ਼ੀਕਾਂਤ ਸ਼ੁਰੂ ਕਰਦੇ ਨੇ ਇਹ ਚੀਜ਼, ਰਿਪੋਰਟ ਬਣਾਉਣਾ ਸਾਰਾ ਸ਼ੁਰੂ ਕਰਦੇ ਨੇ, ਰਿਪੋਰਟ ਤਾਂ ਤੁਸੀਂ ਬਣਾ ਕੇ ਦੇਤੀ, ਕੋਰਟ ਦੇ ਵਿੱਚ ਵੀ ਆ ਹੁਣ ਜੇ ਕਹੀਏ, ਇਹ ਰਿਪੋਰਟ ਬਣਦੇ ਵੀ ਕੋਈ ਇਸ ਤਰ੍ਹਾਂ ਦੇ ਪ੍ਰੈਸ਼ਰ ਆਏ ਸੀਗੇ ਕਿ ਆਖਰਕਾਰ ਤੁਸੀਂ ਕਿਉਂਕਿ ਆਮ ਤੌਰ 'ਤੇ ਤਾਂ ਹੁੰਦਾ ਹੀ ਹੈ ਵੀ ਜਦੋਂ ਐਡਾ ਵੱਡਾ ਸਿਸਟਮ ਕੰਮ ਕਰਦਾ, ਜਦੋਂ ਉੱਤੇ ਤੱਕ ਕਹੀਏ ਕਿ ਅੱਜ ਤੱਕ ਸਿਸਟਮ ਨਹੀਂ ਹਿਲ ਰਿਹਾ, ਚਾਹੇ ਸਟੇਟ ਹੋਇਆ ਚਾਹੇ ਸੈਂਟਰ ਹੈਗਾ, ਇਹਦਾ ਮਤਲਬ ਫਿਰ ਇੱਕ ਉਹਨਾਂ ਦੇ ਮੂਹਰੇ ਤਾਂ ਤੁਸੀਂ ਬੜੇ ਆਮ ਜਿਹੇ ਪੁਲਿਸ ਅਫਸਰ ਸੀ, ਉਹਨੂੰ ਰੋਕਣਾ ਬੜਾ ਸੌਖਾ ਸੀਗਾ। ਇਹਦਾ ਆਮ ਤੌਰ 'ਤੇ ਇਸ ਤਰ੍ਹਾਂ ਦੀ ਰਿਪੋਰਟਾਂ ਦਾ ਕੀ ਹੁੰਦਾ ਹੈਗਾ, ਤੁਸੀਂ ਰਿਪੋਰਟ ਬਣਾ ਕੇ ਚਲੇ ਜਾਓ, ਦੇ ਦਿੱਤੀ ਤੁਸੀਂ, ਜਿਹੜਾ ਵੀ ਤੁਹਾਡਾ ਬੌਸ ਹੈਗਾ ਵਟ ਐਵਰ ਇਟ, ਓਏ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ, ਸੱਜੇ ਖੱਬੇ ਤੁਰੇ ਰਹਿੰਦੇ ਹੋ, ਇਹ ਹੁੰਦਾ ਹੈਗਾ। ਮੇਰੇ ਨਾਲ ਹੀ ਨਹੀਂ, ਜਿਸ ਵਿਅਕਤੀ ਨੇ ਵੀ ਇਸ ਗੱਲ ਨੂੰ ਰੇਜ਼ ਕੀਤਾ ਹੋਣਾ ਜਾਂ ਕਿਸੇ ਹੋਰ ਵੀ ਕਰਪਸ਼ਨ ਦੀ ਗੱਲ ਨੂੰ ਰੇਜ਼ ਕੀਤਾ ਹੋਣਾ ਹੈਗਾ, ਆਮ ਤੌਰ 'ਤੇ ਉਹਨਾਂ ਨੂੰ ਇਹ ਮਿਲਦਾ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ, ਵਿਹਲੇ ਹੈਗੇ ਹੋ, ਜਾਂ ਫਿਰ ਹੋਏਗਾ ਠੀਕ ਹੈ ਟ੍ਰਾਂਸਫਰ ਕਰ ਦਿਓ। ਜੇ ਤੁਹਾਡੇ ਕੋਲ ਸੀਟ ਹੀ ਨਹੀਂ ਰਹੀ, ਹਰ ਬੰਦਾ ਜਿਹੜਾ ਸਰਕਾਰੀ ਮੁਲਾਜ਼ਮ ਹੈਗਾ ਉਹਨੂੰ ਦਸਤਖਤ ਕਰਨੇ ਪੈਂਦੇ ਨੇ ਆਫੀਸ਼ੀਅਲ ਸੀਕ੍ਰੇਟਸ ਐਕਟ। ਇਹਦਾ ਮਤਲਬ ਤੁਸੀਂ ਇੱਥੇ ਦਾ ਇੱਕ ਕਾਗਜ਼ ਵੀ ਨਾਲ ਕਿਤੇ ਹੋਰ ਨਹੀਂ ਲੈ ਜਾ ਸਕਦੇ ਹੈਗੇ। ਉਹ ਵੀ ਕਹਿੰਦਾ ਠੀਕ ਹੈ, ਜਿਹੜੀ ਸੁਣਨੀ ਸੀ ਮੈਂ ਸੁਣ ਲਿੱਤੀ ਹੈ, ਠੀਕ ਹੈ। ਇਹੋ ਜਿਹੇ ਕੰਮ ਕਰਨ ਵਾਲੇ ਅਫਸਰਾਂ ਨੂੰ ਕਦੇ ਸ਼ਾਬਾਸ਼ਾਂ ਮਿਲਦੀਆਂ ਨਹੀਂ? ਵਾਹ ਜੀ ਵਾਹ, ਉਹਨਾਂ ਨੂੰ ਚੰਗੀ ਚੰਗੀ ਪੋਸਟਾਂ ਮਿਲਦੀਆਂ ਨੇ। ਕਰਦੇ ਕਿਉਂ ਹੈਗੇ ਨੇ? ਜੇ ਕਿਸੇ ਬੰਦਾ ਕੋਈ ਹੈਗਾ ਜਾ ਕੇ ਪੋਲੀਟੀਸ਼ੀਅਨ ਦੇ ਮੂਹਰੇ ਜਾ ਕੇ ਚੰਗੀ ਪੋਸਟ ਲੈ ਕਹਿੰਦਾ ਹੈਗਾ, ਚਾਹੇ ਉਹਨੂੰ ਇਲੈਕਸ਼ਨ ਦੇ ਵਿੱਚ ਫੰਡ ਦਿੰਦਾ ਹੋਏ, ਇਹ ਹੁੰਦਾ ਸਰ ਜੀ ਤੁਸੀਂ ਉੱਥੇ ਲਾ ਦਿਓ, ਤੁਹਾਡਾ ਕੰਮ ਮੈਂ ਕਰਦਾ ਰਹਾਂਗਾ, ਜਿਹੜੇ ਵੀ ਸਹੀ ਗਲਤ ਹੈਗਾ ਕਰਦਾ ਰਹਾਂਗਾ, ਹੁੰਦਾ ਹੈਗਾ। ਯੈਸ, ਤਾਂ ਹੀ ਅਫਸਰ ਜਿਹੜੇ ਹੈਗੇ ਨੇ ਇਸ ਕੰਮਾਂ 'ਚ ਪੈਂਦੇ ਹੈਗੇ ਨੇ। ਕਿੰਨਿਆਂ ਦੇ ਖਿਲਾਫ ਇਨਕੁਆਇਰੀ ਖੁੱਲੀ ਹੈ, ਕੀ ਕੁਛ ਹੋਇਆ ਹੈਗਾ, ਉਹਦੇ 'ਚ ਇੱਕ ਵੀ ਪੋਲੀਟੀਸ਼ੀਅਨ ਫੜਿਆ ਗਿਆ? ਅਫਸਰਾਂ ਨੂੰ ਜ਼ਰੂਰ ਫਾਹੇ ਲਾ ਦਿੰਦਾ ਜਾਂਦਾ ਹੈਗਾ। ਅਫਸਰ ਕਹਿੰਦਾ ਵੀ ਹੈਗਾ ਕਿ ਇੰਨੇ ਕਰਾਇਆ ਸੀ, ਬਟ ਵਾਟ ਇਜ਼ ਦ ਪ੍ਰੂਫ? ਜ਼ਬਾਨੀ ਕਲਾਮੀ ਗੱਲ ਇੱਕ ਪਾਸੋਂ ਹੋਈ, ਦੂਜੇ ਪਾਸੋਂ ਜਿਹੜੀ ਅਫਸਰ ਦੀ ਮੂਰਖਤਾ ਹੈਗੀ ਉਹਨੇ ਲਿਖਾ ਪੜ੍ਹੀ 'ਚ ਕਰ ਦਿੱਤੀ ਕੋਈ ਗੱਲ। ਤੇ ਤੁਹਾਡੇ ਵਰਗਿਆਂ ਦਾ ਕੀ ਬਣਦਾ ਫਿਰ? ਵੈਸੇ ਤਾਂ ਅਸੀਂ ਦੇਖਿਆ ਕਰ, ਪਰ ਫਿਰ ਵੀ ਤਾੜੀਆਂ ਮਾਰੋ ਤਾੜੀਆਂ। ਸ਼ਸ਼ੀਕਾਂਤ ਜੀ, ਇਹ ਸਾਰੀ ਚੀਜ਼ 'ਚ ਖੈਰ ਮੈਂ ਵੀ ਜਿੱਦਾਂ ਦਾ ਤੁਹਾਨੂੰ ਦੇਖਦਾ ਹੁੰਦਾ ਰਿਪੋਰਟਿੰਗ ਕਰਦੇ ਆ, ਆਮ ਤੌਰ 'ਤੇ ਇੱਕ ਚੀਜ਼ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਪਰੇ ਮੈਂ ਖੈਰ ਪੁੱਛ ਰਿਹਾ ਤੁਹਾਨੂੰ, ਇੱਕ ਨਿੱਜੀ ਤੌਰ 'ਤੇ ਹੀ ਲਾ ਲਓ ਬੇਸ਼ੱਕ, ਆਮ ਤੌਰ 'ਤੇ ਦੇਖੀਏ ਵੀ ਫਿਰ ਅੱਗੇ ਬਹੁਤ ਸਾਰੇ ਲੋਕਾਂ ਨੂੰ, ਕਈਆਂ ਨੂੰ ਮਿਲਦਾ, ਅਗਲਾ ਕਹਿੰਦਾ ਫਿਰ ਯਾਰ ਐਸੀ ਪੰਗਾ ਲੈ ਕੇ ਕਰਨਾ ਕੀ ਹੈ, ਛੱਡੋ ਪਰੇ, ਤੁਹਾਨੂੰ ਦੇਖ ਕੇ 10 ਹੋਰ ਕਹਿੰਦੇ ਹੋਣੇ ਪਹਿਲਾਂ ਸ਼ਸ਼ੀਕਾਂਤ ਨੇ ਕੀ ਖਿਆਲ ਲਿਆ ਕਿ ਅੱਗੇ ਅਸੀਂ ਖਾ ਲਾਂਗੇ। ਇਹ ਚੀਜ਼ ਦਾ ਨੈਗੇਟਿਵ ਇੰਪੈਕਟ ਕਿੰਨਾ ਕੁ ਜਾਂਦਾ ਸੱਚੇ ਬੰਦਿਆਂ 'ਤੇ? ਬਿਲਕੁਲ ਜਾਂਦਾ ਹੈਗਾ। ਤੁਸੀਂ ਦੇਖੋ, ਮੈਂ ਕੋਈ ਮੈਨੂੰ ਅੱਜ ਕਹਿ ਰਿਹਾ ਸੀ ਤੁਸੀਂ ਕਦੇ ਤਾਂ ਬੜਾ ਜੋਸ਼ ਨਾਲ ਕਰਦੇ ਹੋ, ਮੈਂ ਕਿਹਾ ਠੀਕ ਹੈ, ਮੈਂ ਵੀ ਇਨਸਾਨ ਹੈਗਾ, ਕਦੇ ਥੋੜਾ ਨਰਮ ਪੈ ਜਾਂਦਾ ਹੈ। ਜਦੋਂ ਮੇਰੇ ਤੇ ਗੋਲੀ ਚੱਲਦੀ ਹੈਗੀ ਹੈ, ਇਹ ਘਰ ਦੇ ਉੱਤੇ, ਇਸੇ ਘਰ ਦੇ ਉੱਤੇ ਹਮਲਾ ਹੋਣ ਦੀ ਕੋਸ਼ਿਸ਼ ਹੁੰਦੀ ਹੈਗੀ, ਤਾਂ ਮੈਂ ਕਹਿੰਦਾ ਯਾਰ ਕੀ ਪੰਗਾ ਹੋ ਗਿਆ, ਬਾਅਦ 'ਚ ਫਿਰ ਮੈਂ ਨਿਕਲ ਆਉਣਾ ਹੈਗਾ। ਔਰ ਸਾਡੀ ਚੰਡੀਗੜ੍ਹ ਪੁਲਿਸ ਕਹਿੰਦੀ ਹੈਗੀ ਸ਼ਸ਼ੀਕਾਂਤ ਦੀ ਸਿਕਿਉਰਿਟੀ ਵਿਦਡਰਾ ਕਰ ਲਿਓ, ਇਸ ਪਾਸੇ ਕੰਮ ਨਹੀਂ ਕਰਨਾ ਹੈਗਾ, ਉਹ ਸ਼ਸ਼ੀਕਾਂਤ ਦੀ ਸਿਕਿਉਰਿਟੀ ਵਿਦਡਰਾ ਕਰ ਲਿਓ। ਖੈਰ ਇਹ ਚੀਜ਼ ਇਸ ਕਰਕੇ ਸੀ ਕਿਉਂਕਿ ਦੇਖਿਆ ਜਾਵੇ ਬਹੁਤ ਘੱਟ ਲੋਕ ਨੇ, ਕਿਉਂਕਿ ਇਹਨਾਂ ਦਾ ਕੋਈ ਨਿੱਜੀ ਫਾਇਦਾ ਨਹੀਂ ਹੋ ਰਿਹਾ,
ਤੇ ਨਾ ਹੀ ਕੋਈ ਇਹਨਾਂ ਨੂੰ ਕਿਤੋਂ ਪੈਸਾ ਮਿਲ ਰਿਹਾ ਤੇ ਨਾ ਹੀ ਕੋਈ ਜਿਹੜੇ ਗੱਲਾਂ ਪਹਿਲਾਂ ਹੋਈਆਂ ਨੇ ਉਹ ਸਾਰੀਆਂ ਤੁਸੀਂ ਸੁਣੀ ਲਈਆਂ, ਉਹਦੇ ਵਿੱਚ ਕੋਈ ਵੱਡੀ ਚੀਜ਼ ਤੇ ਉਹ। ਪਰ ਗੱਲ ਪੁੱਛਣ ਦਾ ਮਕਸਦ ਮੇਰਾ ਵੀ ਇਹ ਸੀ ਕਿ ਆਖਰਕਾਰ ਜੇਕਰ ਲੋਕ ਜਿਹੜੇ ਸੱਚਾਈ ਦੇ ਰਾਹ ਤੇ ਤੁਰ ਕੇ ਤੇ ਕੋਈ ਚੰਗਾ ਪੰਜਾਬ ਲਈ ਕਰਨਾ ਚਾਹੁੰਦੇ ਨੇ, ਜਾਂ ਪੰਜਾਬ ਲਈ ਜਾਂ ਦੇਸ਼ ਲਈ ਕਰਨਾ ਚਾਹੁੰਦੇ ਨੇ, ਬਾਕੀ ਕਿਉਂ ਇਨਵੋਲਵ ਹੋਣਗੇ ਜਦੋਂ ਆ ਸਾਰੀ ਤੁਸੀਂ ਕਹਾਣੀ ਸੁਣ ਲਈ ਤੇ ਉਦੋਂ ਬਾਅਦ ਦੇ ਵਿੱਚ। ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਉਹਦੇ ਤੇ ਜ਼ਿਆਦਾ ਜ਼ੋਰ ਦੇਣ ਨਾਲੋਂ ਵੀ ਲੋਕ ਜਾਂ ਅਫਸਰ ਜਾਂ ਮੁਲਾਜ਼ਮ ਕਦੋਂ ਤੱਕ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨਗੇ, ਕਿਉਂਕਿ ਬਾਕੀਆਂ ਨੂੰ ਜ਼ਰੂਰ ਦੇਖਦਾ ਅਗਲਾ। ਹੱਲਾਸ਼ੇਰੀ ਦੇਣ ਦਾ ਮਤਲਬ ਅਫਸਰ ਵੀ ਇਹ ਗੱਲ ਖੁਦ ਮੰਨਦੇ ਹੁੰਦੇ ਨੇ ਵੀ ਹੱਲਾਸ਼ੇਰੀ ਅਸੀਂ ਇਸ ਲਈ ਦਿੰਦੇ ਹਾਂ ਤਾਂ ਕਿ ਕੋਈ ਵੱਧ ਚੜ ਕੇ ਜਿਹੜੇ ਨਾਲ ਦੇ ਮੁਲਾਜ਼ਮ ਨੇ ਕੰਮ ਕਰਨ, ਪਰ ਜਿਹੜੀ ਕੰਮ ਪਿੱਛੇ ਹੱਲਾਸ਼ੇਰੀ ਨਹੀਂ ਮਿਲਣੀ ਤੇ ਫਿਰ ਬਾਕੀ ਲੋਕ ਕਿਸ ਇੰਟਰਸਟ ਦਿਖਾਉਣਗੇ। ਖੈਰ, ਰਿਪੋਰਟ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ ਤਾਂ ਇਸ ਤੋਂ ਬਾਅਦ ਹੁਣ ਨਿਗਾਹਾਂ ਸਭ ਦੀਆਂ ਕੋਰਟ ਤੇ ਨਹੀਂ ਗਈਆਂ ਕਿ ਆਖਰਕਾਰ ਇਸ ਰਿਪੋਰਟ ਨੂੰ ਲੈ ਕੇ ਕੋਈ ਸਖਤ ਕਾਰਵਾਈਆਂ ਸ਼ੁਰੂ ਹੋਣਗੀਆਂ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।